ਇੰਟਰਨਲ ਮਸਲੇ ਬਹੁਤੀ ਵਾਰ ਪੈਦਾ ਹੀ ਇਸ ਕਰਕੇ ਹੋਏ ਆ ਵੀ ਅਸੀਂ ਪਾਵਰਲੈਸ ਹਾਂ। ਉਦੋਂ ਕੌਮਾਂ ਐਸੇ ਮਸਲੇ ਛੇੜ ਬੈਂਦੀਆਂ ਨੇ ਜਦੋਂ ਉਹਨਾਂ ਕੋਲ ਪਾਵਰ ਨਹੀਂ ਹੁੰਦੀ। ਤੁਸੀਂ ਕਿਹੜੀ ਪਾਵਰ ਦੀ ਗੱਲ ਕਰ ਰਹੇ? ਇਨਸਾਫ ਜਿਹੜਾ ਹੈ ਨਾ ਉਹ ਅਕਾਲ ਪੁਰਖ ਤੋਂ ਤੇ ਮੰਗਿਆ ਜਾ ਸਕਦਾ ਹੈ। ਹਾਂ, ਉਹਨਾਂ ਲੋਕਾਂ ਕੋਲ ਨਹੀਂ ਮੰਗਿਆ ਜਾ ਸਕਦਾ ਜਿਨ੍ਹਾਂ ਨੇ ਪ੍ਰੋਬਲਮ ਖੜੀ ਕੀਤੀ ਹੈ ਸਾਰੀ। ਗੁਲਾਮੀ 'ਚੋਂ ਨਾ ਇੱਕ ਇਨਸਿਕਿਉਰਿਟੀ ਪੈਦਾ ਹੋ ਜਾਂਦੀ ਹੈ। ਹਾਂ, ਇਹ ਇਨਸਿਕਿਉਰਿਟੀ ਹਰ ਕੌਮ ਨਾਲ ਵਾਪਰਦੀ ਹੈ ਵੀ ਜਦੋਂ ਤੁਸੀਂ ਗੁਲਾਮੀ 'ਚ ਹੋ, ਚੇਂਜ ਤੁਹਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਅੰਗਰੇਜ਼ੀ ਦੀ ਕਹਾਵਤ ਹੈ ਬੈਗਰਸ ਕਾਂਟ ਬੀ ਚੂਜ਼ਰਸ। ਜਦੋਂ ਤੁਸੀਂ ਭਿਖਾਰੀ ਹੋ ਤਾਂ ਤੁਹਾਨੂੰ ਮਰਜ਼ੀ ਦੀ ਭੀਖ ਨਹੀਂ ਮਿਲਦੀ, ਤੁਹਾਨੂੰ ਉਹ ਜੋ ਮਿਲਦਾ ਉਹਦੇ 'ਚ ਸੈਟੀਸਫਾਈ ਰਹਿਣਾ ਪੈਂਦਾ। ਕਿਵੇਂ ਲੜੋਗੇ ਤੁਸੀਂ? ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਲੜੋਗੇ ਜਿਵੇਂ ਸਿਮਰਨਜੀਤ ਸਿੰਘ ਮਾਨ ਆ ਕਿ ਵਕਤ? ਜਿਹੜੇ ਵੀ ਸਿੱਖ ਲੀਡਰਾਂ ਨੇ, ਨੌਜਵਾਨਾਂ ਨੇ ਜਾਂ ਸਿੱਖ ਆਗੂਆਂ ਨੇ ਸਿੱਖਾਂ ਨੂੰ ਨੀਂਦ 'ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਸਿੱਖਾਂ ਨੇ ਉੱਠ ਕੇ ਉਹਨਾਂ ਦੇ ਉੱਤੇ ਮਤਲਬ ਬਰੇ ਹੀ ਆ ਵੀ ਤੁਸੀਂ ਸਾਡੇ ਨਾਲ ਇੱਦਾਂ ਕਿਉਂ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਗਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਜਿਹੜੀ ਪਾਵਰ ਦੀ ਗੱਲ ਤੁਸੀਂ ਕਰ ਰਹੇ ਹੋ, ਤੁਹਾਨੂੰ ਕਰਨ ਦਊਗਾ ਕੋਈ? ਜੇ ਤੇ ਕਿਸੇ ਨੂੰ ਇਹ ਭੁਲੇਖਾ ਹੈ ਵੀ ਮੌਜੂਦਾ ਸਟਰਕਚਰ ਦੇ ਵਿੱਚ ਤੁਸੀਂ ਹੋਣੀ ਦੇ ਮਾਲਕ ਬਣ ਸਕਦੇ ਜੋ, ਉਹਦੀਆਂ ਰੀਸੈਂਟ ਆਪਾਂ 47 ਤੋਂ ਬਾਅਦ ਬਹੁਤ ਐਗਜ਼ਾਮਪਲਾਂ ਦੇਖ ਲਈਆਂ ਨੇ। ਐਸਜੀਪੀਸੀ ਬਾਰੇ ਕੀ ਸੋਚਦੇ ਹੋ? ਜਿਹੜੀ ਪੂਰਨ ਤੌਰ ਤੇ ਆਜ਼ਾਦ ਨਹੀਂ ਹੈਗੀ, ਜਿਨ੍ਹਾਂ ਦੇ ਫੈਸਲੇ ਬਹੁਤ ਵਾਰ ਸਟੇਟ ਤੋਂ ਪ੍ਰਭਾਵਿਤ ਹੁੰਦੇ ਨੇ। ਤੁਸੀਂ ਕਹਿ ਰਹੇ ਹੋ ਐਸਜੀਪੀਸੀ ਗੁਲਾਮ ਆ, ਤੁਸੀਂ ਆਜ਼ਾਦ ਕਰਵਾਓਗੇ? ਕੋਸ਼ਿਸ਼ ਤੇ ਸਾਡੀ ਇਹੋ ਹੀ ਹੈ ਕਿ ਪੰਥ ਦੀ ਹਰ ਸੰਸਥਾ ਆਜ਼ਾਦ ਹੋਵੇ, ਇਕੱਲੀ ਐਸਜੀਪੀਸੀ ਨਹੀਂ। ਇਕੱਲਿਆਂ ਦੀ ਕਿ ਕਿਸੇ ਨਾਲ ਸਮਝੌਤਾ ਕਰਕੇ? ਸਿਮਰਨਜੀਤ ਸਿੰਘ ਮਾਨ, ਉਹਨਾਂ ਤੇ ਮੈਂ ਤੁਹਾਡਾ ਕਮੈਂਟ ਲੈਣਾ ਚਾਹੂੰ, ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਇਹ ਗੱਲ ਹੈਗੀ ਆ ਵੀ ਉਹ ਪ੍ਰੋਪਰਲੀ ਆਪਣਾ ਸਟਰਕਚਰ ਕਦੇ ਵੀ ਡਿਵੈਲਪ ਨਹੀਂ ਕਰ ਪਾਏ। ਹਾਂ, ਪਿੰਡ ਲੈਵਲ ਤੱਕ ਰਾਜਨੀਤੀ ਜਿਹੜੀ ਹੈ ਨਾ, ਰਾਜਨੀਤੀ ਕਦੇ ਵੀ ਸਿਖਾਲੀ ਨਹੀਂ ਹੋਈ। ਇਹ ਕੋਈ ਐਸੀ ਚੀਜ਼ ਨਹੀਂ ਵੀ ਜਿਹੜੀ ਤੁਹਾਨੂੰ 5 ਮਿੰਟਾਂ 'ਚ ਸਮਝ ਆ ਜਾਏ। ਇਹ ਪਲ ਪਲ ਬਦਲਦੀ ਹੈ। ਜੇ ਤੁਸੀਂ ਇਹਦੇ ਨਾਲ ਅਪਡੇਟ ਨਹੀਂ ਜਾਂ ਤੋਂ ਅੱਗੇ ਨਹੀਂ ਜਾਂਦੇ ਤਾਂ ਤੁਸੀਂ ਰਾਜਨੀਤੀ 'ਚ ਕਦੇ ਸਫਲ ਨਹੀਂ ਹੋ ਸਕਦੇ। ਇੱਥੇ ਤੇ ਪਿੱਛੇ ਜੇ ਇੱਕ ਆਰਟੀਕਲ ਛਪਿਆ ਕਿ ਪੰਜਾਬ 'ਚ ਗਨ ਪੋਜੀਸ਼ਨ ਬਹੁਤ ਜ਼ਿਆਦਾ ਹੈ। ਉਹਨੇ ਇੱਕ ਗੱਲ ਨੁਕਤੇ ਦੀ ਉਹ ਭੁੱਲ ਜਾਂਦੇ ਆ ਵੀ ਗਨ ਵਾਇਲੈਂਸ ਪੰਜਾਬ 'ਚ ਘੱਟ ਹੈ ਸਾਰਿਆਂ ਨੂੰ। ਬਾਹਰ ਦੇ ਲੋਕ ਐ ਸੋਚਦੇ ਪੰਜਾਬ 'ਚ ਜਾਣਾ ਬੜਾ ਅਨਸੇਫ ਹੈ। ਇਹੋ ਹੀ ਘਟਨਾਵਾਂ 84 'ਚ ਵਾਪਰਦੀਆਂ ਸੀ, 84 ਤੋਂ ਪਹਿਲਾਂ। ਉਦੋਂ ਨੈਰੇਟਿਵ ਮੀਡੀਆ ਨੇ ਇਹ ਚਲਾ ਦਿੱਤਾ ਵੀ ਪੰਜਾਬ 'ਚ ਜਿਹੜਾ ਬੰਦਾ ਜਾਂਦਾ ਮੁੜਦਾ ਹੀ ਨਹੀਂ ਵਾਪਸ ਉਹ ਸ਼ਾਮਾਂ ਨੂੰ। ਉਹਦਾ ਰਿਜ਼ਲਟ ਕੀ ਨਿਕਲਿਆ? ਉਹਨਾਂ ਨੂੰ ਸਿੱਖਾਂ ਦਾ ਜੈਨੋਸਾਈਡ ਕਰਨਾ ਸੌਖਾ ਹੋ ਗਿਆ। ਜੇ ਸਿੱਧੂ ਮੂਸੇਵਾਲਾ ਇਸ ਪਾਸੇ ਨੂੰ ਤੁਰਦਾ, ਪੰਥਕ ਪਾਸੇ ਨੂੰ, ਤੇ ਉਹਦਾ ਜਿਹੜਾ ਕਲਚਰਲ ਇਨਫਲੂਐਂਸ ਸੀ ਪੰਜਾਬ ਦੇ ਉੱਤੇ ਉਹ ਕਿੱਡੇ ਵੱਡੇ ਪੱਧਰ ਤੇ, ਕਿੰਨੇ ਨੌਜਵਾਨ ਉਹਦੇ ਨਾਲ ਇਸ ਪਾਸੇ ਆਉਂਦੇ। ਇੱਕ ਗੀਤ ਨਾਲ ਕੀ ਕੁਛ ਹੋਇਆ ਸਾਨੂੰ ਪਤਾ ਹੈ। ਗੈਂਗਸਟਰ ਨੂੰ ਖੁੱਲ੍ਹਾ ਕੌਣ ਛੱਡਦਾ? ਬਹੁਤ ਵਾਰ ਪੋਲੀਟੀਕਲ ਜਿਹੜੇ ਮਰਡਰਸ ਹੁੰਦੇ ਆ ਨਾ, ਉਹ ਕਰਦੀਆਂ ਦੂਜੀਆਂ ਧਿਰਾਂ ਨੇ, ਪਰ ਉਹਨਾਂ ਨੂੰ ਸ਼ੈ ਕਿਹਦੀ ਹੁੰਦੀ ਹੈ ਇਹ ਵੀ ਸਾਨੂੰ ਪਤਾ। ਹੁਣ ਇਹਨਾਂ ਨੂੰ ਡਰ ਇਸ ਗੱਲ ਦਾ ਨਹੀਂ ਹੁੰਦਾ ਵੀ ਬੰਦਾ ਅੱਜ ਕੀ ਕਰ ਰਿਹਾ, ਇਹਨਾਂ ਨੂੰ ਇਹ ਗੱਲ ਦਾ ਡਰ ਹੈ ਬੰਦੇ ਕੋਲ ਪੋਟੈਂਸ਼ੀਅਲ ਕਿੰਨਾ ਤੇ ਉਹ ਕਰ ਕੀ ਸਕਦਾ। ਸਟੇਟ ਆਪਣੇ ਨਾਲੋਂ ਐਡਵਾਂਸਡ ਹੈ, ਉਹ ਫਿਊਚਰ ਦਾ ਸੋਚਦੀ ਹੈ ਕਿ ਅੱਜ ਤੋਂ 5 ਸਾਲ ਬਾਅਦ ਕੀ ਹੁੰਦਾ। ਤੁਸੀਂ ਵਾਪਸ ਤਾਂ ਨਹੀਂ ਜਾਓਗੇ? ਕੋਈ ਮਨ ਦੇ ਵਿੱਚ ਵਿਚਾਰ ਵੀ ਨਹੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪੰਜਾਬ ਦੀ ਰਾਜਨੀਤੀ ਇੱਕ ਪਾਸੇ, ਪੰਜਾਬ ਦਾ ਧਰਮ ਇੱਕ ਪਾਸੇ, ਪਰ ਹਮੇਸ਼ਾ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਗਈਆਂ ਮੀਡੀਆ ਦੇ ਵਿੱਚ ਵੀ। ਤੇ ਖਾਸ ਗੱਲਾਂ ਇਹ ਵੀ ਆ ਵੀ ਅੱਜ ਕੱਲ੍ਹ ਮੀਡੀਆ ਦੇ ਵਿੱਚ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਹੋ ਰਹੀਆਂ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦੁਖਾਂਤ ਹੈ। ਪਰ ਜੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਜਿੱਥੇ ਕੌਮ ਦੀ ਗੱਲ ਆਉਂਦੀ ਆ ਜਾਂ ਪੰਥ ਦੀ ਰਾਜਨੀਤੀ ਦੀ ਗੱਲ ਆਉਂਦੀ ਆ, ਬਹੁਤ ਚੀਜ਼ਾਂ ਪਾਸੇ ਰੱਖੀਆਂ ਜਾਂਦੀਆਂ ਗਈਆਂ। ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਢੋਲ ਆ ਜਿਹੜਾ ਉਹ ਉੱਚੇ ਤੇ ਜ਼ਿਆਦਾ ਵੱਡੇ ਤਰੀਕੇ ਦੇ ਨਾਲ ਵੱਜਣ ਲੱਗ ਗਿਆ। ਪੰਜਾਬ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਹਮੇਸ਼ਾ ਅੱਖ ਭਰ ਆਉਂਦੀ ਆ, ਦਿਲ ਦੇ ਵਿੱਚ ਦਰਦ ਹੁੰਦਾ ਗਾ। ਪਰ ਕੀ ਇਹ ਦਰਦ ਸੱਚਮੁੱਚ ਦਰਦ ਹੈ ਜਾਂ ਫਿਰ ਸਿਰਫ ਨਾਮ ਤੇ ਪੈਸਾ ਬਣਾਉਣ ਦਾ ਤਰੀਕਾ? ਅੱਜ ਅਸੀਂ ਗੱਲਬਾਤ ਕਰਾਂਗੇ ਵਾਰਿਸ ਪੰਜਾਬ ਦੀ ਜਥੇਬੰਦੀ, ਜਿਨ੍ਹਾਂ ਦੇ ਹੱਥ ਸੌਂਪੀ ਗਈ ਆ। ਇੱਕ ਕਮੇਟੀ ਬਣੀ ਸੀ, ਕਮੇਟੀ ਤੋਂ ਬਾਅਦ ਉਹ ਅੰਮ੍ਰਿਤਪਾਲ ਸਿੰਘ ਇੱਕ ਨਾਮ ਉੱਭਰ ਕੇ ਸਾਹਮਣੇ ਆਉਂਦਾ ਗਾ, ਜੋ ਨੌਜਵਾਨ ਬਾਹਰ ਮਿਹਨਤ ਕਰਨ ਗਿਆ ਪਰ ਉਹ ਹੁਣ ਫਿਰ ਪੰਜਾਬ ਭਰਤਦਾ ਗਾ। ਖੁੱਲ੍ਹੀ ਵਿਚਾਰ ਚਰਚਾ ਕਰਾਂਗੇ। ਹਰ ਇੱਕ ਸਵਾਲ ਜੋ ਸੋਸ਼ਲ ਮੀਡੀਆ ਦੇ ਉੱਤੇ ਫਿਰ ਰਿਹਾ ਹੈਗਾ ਉਹ ਲੈਣ ਦੀ ਕੋਸ਼ਿਸ਼ ਕਰਾਂਗੇ, ਉਸਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਅੰਮ੍ਰਿਤ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਜੀ, ਸਭ ਤੋਂ ਪਹਿਲਾਂ ਇਹੀ ਸਵਾਲ ਆ, ਮੈਂ ਕੋਈ ਕੰਟਰੋਵਰਸੀ ਨਹੀਂ ਕ੍ਰੀਏਟ ਕਰੂੰਗਾ ਇਸ ਇੰਟਰਵਿਊ ਦੇ ਵਿੱਚ, ਕੋਈ ਵਾਰਿਸ ਪੰਜਾਬ ਦੇ ਜਥੇਬੰਦੀ ਬਾਰੇ ਨਹੀਂ ਮੈਂ ਪੁੱਛੂੰਗਾ, ਪਰ ਮੈਂ ਇੱਕ ਗੱਲ ਜ਼ਰੂਰ ਪੁੱਛੂੰਗਾ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ, ਪਿੰਡਾਂ ਦੇ ਗੁਰੂ ਘਰਾਂ ਤੋਂ ਲੈ ਕੇ, ਉਹੋ ਜਿਹਾ ਕੋਈ ਬਲੂ ਪ੍ਰਿੰਟ ਤੁਸੀਂ ਲੈ ਕੇ ਆਏ ਹੋ ਜਾਂ ਉਹੋ ਜਿਹਾ ਕੁਛ ਕੰਮ ਸਟਾਰਟ ਕਰਨ ਲੱਗੇ ਹੋ ਜਿਸ ਦੇ ਨਾਲ ਅਸਲ ਦੇ ਵਿੱਚ ਨੌਜਵਾਨਾਂ ਨੂੰ, ਨਵੀਂ ਪਨੀਰੀ ਨੂੰ ਇਹ ਪਤਾ ਲੱਗੇ ਸਕੇ ਵੀ ਸਿੱਖਾਂ ਦੇ ਨਾਲ ਕੀ ਕੁਛ ਹੋਇਆ, ਜਾਂ ਸਿੱਖਾਂ ਦੀ ਚੀਜ਼ ਆ ਜਿਹੜੀ ਉਹ ਕੀ ਆ, ਜਾਂ ਸਿੱਖਾਂ ਦਾ ਜਦੋਂ ਬੱਚਾ ਪੈਦਾ ਹੁੰਦਾ ਗਾ ਉਹ ਕੀ ਦਰਦ ਲੈ ਕੇ ਪੈਦਾ ਹੁੰਦਾ ਗਾ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਪਿੰਡਾਂ ਦੇ ਸੱਥਾਂ ਦੀ ਜੀ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਇਹ ਪਿੰਡਾਂ ਦੇ ਸੱਥਾਂ ਤੋਂ ਸ਼ੁਰੂ ਹੁੰਦੀ ਹੈ ਜੀ। ਪਿੰਡਾਂ ਦੇ ਗੁਰੂ ਘਰਾਂ ਤੋਂ ਇਹਦਾ ਜਿਹੜਾ ਧਾਰਮਿਕ ਮੁੱਢ ਵੱਜਦਾ।
ਜਿਹੜਾ ਪੰਜਾਬ ਦੀ ਪੀੜ ਹੈ ਉਹਦੀ ਜੇ ਸ਼ੁਰੂਆਤ ਕਰਨੀ ਹੈ ਤੇ ਇਹ ਤੁਹਾਡੀ ਗੱਲ ਠੀਕ ਹੈ ਵੀ ਸਾਨੂੰ ਪੰਜਾਬ ਦੇ ਪਿੰਡਾਂ 'ਚ ਵੜਨਾ ਪੈਣਾ। ਸੋ ਅਸੀਂ ਉਹੀ ਕੰਮ ਕਰ ਰਹੇ ਹਾਂ ਜਿਹੜਾ ਦਾ ਬਲੂ ਪ੍ਰਿੰਟ ਹੈ। ਵੈਸੇ ਤੇ ਕੋਈ ਵੀ ਐਡੀ ਜਿਹੜੀ ਮੂਵਮੈਂਟ ਹੈ ਉਹਦਾ ਕੋਈ ਪਰਫੈਕਟ ਬਲੂ ਪ੍ਰਿੰਟ ਹੁੰਦਾ ਨਹੀਂ, ਸਮੇਂ ਤੇ ਹਾਲਾਤਾਂ ਦੇ ਹਿਸਾਬ ਨਾਲ ਬਹੁਤ ਕੁਝ ਬਦਲਦਾ। ਪਰ ਫਿਰ ਵੀ ਸਾਡਾ ਇਹੋ ਹੀ ਆ ਵੀ ਹਰ ਪਿੰਡ ਦੇ ਵਿੱਚ ਅਸੀਂ ਪਹੁੰਚੀਏ, ਹਰ ਪਿੰਡ ਦੇ ਵਿੱਚ ਅਸੀਂ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜੀਏ ਤੇ ਉਹਨਾਂ ਨੂੰ ਇਹ ਪ੍ਰੇਰਿਤ ਕਰੀਏ ਵੀ ਪੰਜਾਬ ਦੇ ਜਿਹੜੇ ਸੰਘਰਸ਼ ਨੇ ਪਹਿਲਾਂ ਤਾਂ ਨਸ਼ੇ ਛੱਡਣ ਦੀ ਪ੍ਰੇਰਿਤ ਕਰੀਏ ਜੀ, ਫਿਰ ਉਹਨਾਂ ਨੂੰ ਇਹ ਵੀ ਪ੍ਰੇਰਨਾ ਦਈਏ ਵੀ ਤੁਸੀਂ ਗੁਰੂ ਦੇ ਲੜ ਲੱਗੋ, ਗੁਰੂ ਕੀ ਸਿੱਖ ਸਜੋ। ਤੇ ਫਿਰ ਉਸ ਤੋਂ ਬਾਅਦ 'ਚ ਜਿਹੜੀਆਂ ਪੰਜਾਬ ਦੀ ਰਾਜਨੀਤਿਕ ਮੰਗਾਂ ਨੇ, ਪੰਜਾਬ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਜਿਨ੍ਹਾਂ ਮੁਸ਼ਕਲਾਂ ਨਾਲ ਜੂਝ ਰਿਹਾ, ਉਹਦੇ ਬਾਰੇ ਨੌਜਵਾਨਾਂ ਨੂੰ ਚੇਤੰਨ ਕਰਕੇ ਤੇ ਅਸੀਂ ਇਸ ਰਾਹ 'ਤੇ ਤੁਰੀਏ। ਇਹ ਸਾਡਾ ਮਕਸਦ ਹੈ ਤੇ ਪੰਜਾਬ ਦੇ ਹਰ ਪਿੰਡ 'ਚ ਜਾਣਾ ਜਿਹੜਾ ਜਥੇਬੰਦੀ ਦਾ ਮਕਸਦ ਹੈ ਇਸ ਵੇਲੇ, ਇਹੋ ਸਾਡਾ ਬਲੂ ਪ੍ਰਿੰਟ ਹੈ। ਨੌਜਵਾਨ ਜੁੜ ਰਹੇ ਨੇ ਤੁਹਾਡੇ ਨਾਲ? ਨੌਜਵਾਨਾਂ ਦਾ ਜਿਹੜਾ ਉਤਸ਼ਾਹ ਹੈ ਉਹ ਸਾਡੇ ਕਹਿਣ ਤੋਂ ਬਾਹਰ ਹੈ, ਸਾਡੀ ਔਕਾਤ ਤੋਂ ਵੀ ਵੱਡਾ ਹੈ। ਅਸੀਂ ਉਹਨਾਂ ਕੁਝ ਕੀਤਾ ਨਹੀਂ ਜਿੰਨਾ ਨੌਜਵਾਨ ਸਾਨੂੰ ਮਾਣ ਸਤਿਕਾਰ ਦੇ ਰਹੇ ਨੇ ਸਾਡੀ ਜਥੇਬੰਦੀ ਨੂੰ। ਸੋ ਨੌਜਵਾਨ ਬਹੁਤ ਵੱਡੀ ਗਿਣਤੀ 'ਚ ਜੁੜ ਰਹੇ ਨੇ। ਅਸੀਂ ਹਜੇ ਉਸ ਸਕੇਲ 'ਤੇ ਹੈ ਨਹੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਵਾਰੀ ਜਥੇਬੰਦੀ 'ਚ ਲਿਆਈਏ, ਪਰ ਹੌਲੀ ਹੌਲੀ ਕੰਮ ਚੱਲ ਰਿਹਾ। ਜੇ ਇੱਕ ਸਰਲ ਜਿਹਾ ਪ੍ਰਸ਼ਨ ਮੈਂ ਪੁੱਛਾਂ, ਜਥੇਬੰਦੀ ਇੱਕ ਮੁੱਠ ਹੈ, ਕੋਈ ਵਾਦ ਵਿਵਾਦ ਤਾਂ ਨਹੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗਿਆ? ਨਹੀਂ, ਜਥੇਬੰਦੀ ਦੇਖੋ ਦੀਪ ਬਾਈ ਦੇ ਜਾਣ ਤੋਂ ਬਾਅਦ 'ਚ ਜਥੇਬੰਦੀ ਬਣੀ, ਜਿਹੜੀ ਜਥੇਬੰਦੀ ਚੱਲੀ ਹੈ ਉਸ ਤੋਂ ਬਾਅਦ ਇੱਕ ਜਥੇਬੰਦੀ ਹੋਰ ਬਣੀ ਹੈ ਨਾ। ਉਹ ਆਪਣਾ ਕੰਮ ਕਰ ਰਹੇ ਨੇ, ਅਸੀਂ ਆਪਣਾ ਕਰ ਰਹੇ ਨੇ। ਉਹਦੇ 'ਚ ਮੈਨੂੰ ਲੱਗਦਾ ਉਹ ਇੰਟਰਨਲ ਵਾਦ ਵਿਵਾਦ ਨਹੀਂ ਗਿਣਿਆ ਜਾ ਸਕਦਾ, ਜਦੋਂ ਦੋ ਧਿਰਾਂ ਹੀ ਵੱਖ ਹੋ ਗਈਆਂ। ਸਾਡੀ ਜਥੇਬੰਦੀ ਦੇ ਵਿੱਚ ਕੋਈ ਐਸਾ ਵਾਦ ਵਿਵਾਦ ਨਹੀਂ ਹੈਗਾ ਇੰਟਰਨਲ। ਤੁਹਾਨੂੰ ਲੱਗਦਾ, ਤੁਸੀਂ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ, ਚਲੋ ਪਹਿਲਾਂ ਤੁਸੀਂ ਦੀਪ ਸਿੰਘ ਸਿੱਧੂ ਦੇ ਨਾਲ ਕੰਟੈਕਟ ਦੇ ਵਿੱਚ ਸੀਗੇ, ਗੱਲਬਾਤ ਹੁੰਦੀ ਸੀ, ਉਹ ਇੱਕ ਪਰਦੇ ਦੇ ਪਿੱਛੇ ਸੀ, ਜਾਂ ਤੁਸੀਂ ਸੋਸ਼ਲ ਪਲੇਟਫਾਰਮ ਦੇ ਉੱਤੇ ਆਉਂਦੇ ਸੀ, ਉਹ ਵੀ ਗੱਲ ਬਹੁਤ ਜ਼ਿਆਦਾ ਦੂਰ ਸੀ। ਪਰ ਜਦੋਂ ਹੁਣ ਤੁਹਾਨੂੰ ਥਾਪਿਆ ਗਿਆ ਹੈਗਾ ਨੁਮਾਇੰਦਾ, ਇਸ ਤੋਂ ਬਾਅਦ ਜਿਹੜਾ ਵਾਦ ਵਿਵਾਦ ਤੁਹਾਨੂੰ ਲੱਗਿਆ ਵੀ ਸਿੱਖਾਂ ਨੂੰ ਤਾਂ ਇਹ ਚੀਜ਼ ਹੀ ਲੈ ਕੇ ਬਹਿ ਗਈ, ਇਹ ਤਾਂ ਇੱਕ ਬਹੁਤ ਛੋਟੀ ਗੱਲ ਆ, ਬਹੁਤ ਨਵੀਂ ਜਥੇਬੰਦੀ ਆ, ਤੇ ਜਿੱਥੇ ਵੱਡੀਆਂ ਵੱਡੀਆਂ ਗੱਲਾਂ ਉੱਥੇ ਤਾਂ ਪਤਾ ਨਹੀਂ ਕੀ ਕੁਛ ਹੁੰਦਾ ਹੋਊ। ਨਹੀਂ, ਇਹ ਗੁਲਾਮੀ 'ਚੋਂ ਨਾ ਇੱਕ ਇਨਸਿਕਿਉਰਿਟੀ ਪੈਦਾ ਹੋ ਜਾਂਦੀ ਹੈ। ਹਾਂ, ਇਹ ਇਨਸਿਕਿਉਰਿਟੀ ਹਰ ਕੌਮ ਨਾਲ ਵਾਪਰਦੀ ਹੈ ਵੀ ਜਦੋਂ ਤੁਸੀਂ ਗੁਲਾਮੀ 'ਚ ਹੋ, ਚੇਂਜ ਤੁਹਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਖਾਸ ਕਰ ਨੌਜਵਾਨਾਂ ਦਾ ਅੱਗੇ ਆਉਣਾ ਇਹ ਕਿਸੇ ਨੂੰ ਵੀ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਸੋ ਇਸ ਗੱਲ ਨਾਲ ਸਾਨੂੰ ਡੀਲ ਕਰਨਾ ਪੈਣਾ ਤੇ ਇਹ ਕਨਫਲਿਕਟ ਤੋਂ ਦੂਰ ਰਹਿ ਕੇ ਜਿੰਨਾ ਕੁ ਕੰਮ ਹੋ ਸਕਦਾ ਉਹਨਾਂ ਕੁ ਕਰਨਾ ਪੈਣਾ। ਇਹ ਪੋਸੀਬਲ ਨਹੀਂ ਹੈਗਾ ਵੀ ਅਸੀਂ ਕੌਮ ਦੇ ਵਿੱਚ ਇਹ ਚੀਜ਼ ਖਤਮ ਕਰ ਦਈਏ। ਤੇ ਤੁਹਾਨੂੰ ਇਹਦੇ ਵਿੱਚ ਕੀ ਫਰਕ ਲੱਗਦਾ ਹੈਗਾ? ਖਾਸ ਕਰਕੇ ਰੌਲਾ ਬੜਾ ਪਾਇਆ ਜਾਂਦਾ ਹੈਗਾ, ਪਰ ਜਿਵੇਂ ਜੀ ਤੁਸੀਂ ਗੱਲ ਕਰ ਰਹੇ ਹੋ ਇਹ ਸਮਝਾਈ ਨਹੀਂ ਜਾਂਦੀ। ਤੁਸੀਂ ਕਾਉਂਸਲ ਕਰ ਰਹੇ ਹੋ ਜਾਂ ਤੁਹਾਡੀ ਜਥੇਬੰਦੀ ਨੌਜਵਾਨਾਂ ਨੂੰ ਕਾਉਂਸਲ ਕਰੂਗੀ? ਨਹੀਂ, ਦੇਖੋ ਸਾਡਾ ਮਕਸਦ ਹੀ ਇਹ ਆ ਵੀ ਨੌਜਵਾਨਾਂ ਨੂੰ ਇਸ ਵਾਦ ਵਿਵਾਦ ਤੋਂ ਦੂਰ ਰੱਖਣਾ। ਜਿਹੜੇ ਇੰਟਰਨਲ ਮਸਲੇ ਨੇ, ਮੈਂ ਇਹ ਗੱਲ ਨਾਲ ਪੂਰਨ ਤੌਰ 'ਤੇ ਮੇਰੀ ਇਹ ਗੱਲ ਹੈ ਵੀ ਇੰਟਰਨਲ ਮਸਲੇ ਉਹਨਾਂ ਚਿਰ ਸੁਲਝ ਨਹੀਂ ਸਕਦੇ ਜਿੰਨਾ ਚਿਰ ਤੁਹਾਡੇ ਹੱਥ 'ਚ ਪਾਵਰ ਨਹੀਂ ਹੈਗੀ। ਕਿਉਂਕਿ ਇੰਟਰਨਲ ਮਸਲੇ ਬਹੁਤੀ ਵਾਰ ਪੈਦਾ ਹੀ ਇਸ ਕਰਕੇ ਹੋਏ ਆ ਵੀ ਅਸੀਂ ਪਾਵਰਲੈਸ ਹਾਂ। ਉਦੋਂ ਕੌਮਾਂ ਐਸੇ ਮਸਲੇ ਛੇੜ ਬੈਂਦੀਆਂ ਨੇ ਜਦੋਂ ਉਹਨਾਂ ਕੋਲ ਪਾਵਰ ਨਹੀਂ ਹੁੰਦੀ, ਜਿਨ੍ਹਾਂ ਦਾ ਹੱਲ ਨਹੀਂ ਨਿਕਲ ਸਕਦਾ। ਉਹ ਸਿਰਫ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੁੰਦੀ ਹੈ, ਜਿਹੜੀ ਸਿੱਖ ਪਾਈ ਬੈਠੇ ਨੇ ਬਹੁਤ ਥਾਵਾਂ 'ਤੇ ਅੱਜ ਦੀ ਡੇਟ ਦੇ ਵਿੱਚ, ਚਾਹੇ ਉਹ ਆਪਣੇ ਮਰਿਆਦਾਵਾਂ ਦੇ ਮੁੱਦੇ ਹੋਣ, ਚਾਹੇ ਕਿਸੇ ਵੀ ਕਿਸਮ ਦੇ ਮੁੱਦੇ ਹੋਣ। ਇਹਨਾਂ ਦਾ ਹੱਲ ਉਹਨਾਂ ਚਿਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਰਾਜ ਭਾਗ ਦੇ ਮਾਲਕ ਨਹੀਂ ਬਣਦੇ। ਤੁਸੀਂ ਕਿਹੜੀ ਪਾਵਰ ਦੀ ਗੱਲ ਕਰ ਰਹੇ ਹੋ? ਸੋਵਰਨ ਸਟੇਟ ਜਿਹੜੀ ਆ ਪਾਵਰ। ਦੇਖੋ, ਪਾਵਰ ਦਾ ਅਰਥ ਇਹ ਆ ਵੀ ਜਿਹਦੇ 'ਚ ਤੁਸੀਂ ਆਪਣੀ ਹੋਣੀ ਦੇ ਆਪ ਮਾਲਕ ਹੋ। ਤੇ ਜੇ ਤੇ ਕਿਸੇ ਨੂੰ ਇਹ ਭੁਲੇਖਾ ਹੈ ਵੀ ਮੌਜੂਦਾ ਸਟਰਕਚਰ ਦੇ ਵਿੱਚ ਤੁਸੀਂ ਹੋਣੀ ਦੇ ਮਾਲਕ ਬਣ ਸਕਦੇ ਜੋ, ਉਹਦੀਆਂ ਰੀਸੈਂਟ ਆਪਾਂ 47 ਤੋਂ ਬਾਅਦ ਬਹੁਤ ਐਗਜ਼ਾਮਪਲਾਂ ਦੇਖ ਲਈਆਂ ਨੇ ਵੀ ਇਹ ਪੋਸੀਬਲ ਨਹੀਂ ਹੈਗਾ। ਅਸੀਂ ਫੈਡਰਲ ਢਾਂਚੇ ਦੀ ਮੰਗ ਕਰਕੇ ਵੀ ਦੇਖ ਲਈ ਹੈ। ਕਸ਼ਮੀਰ ਕੋਲ ਫੈਡਰਲ ਢਾਂਚਾ ਹੈਗਾ ਸੀ ਜਿਹੜਾ ਰਾਤੋਂ ਰਾਤ ਖਤਮ ਕਰ ਦਿੱਤਾ ਗਿਆ। ਸੋ ਜਦੋਂ ਪਾਵਰ ਦੀ ਇੰਬੈਲੈਂਸ ਇੰਨਾ ਹੋਵੇ ਵੀ ਇੱਕ ਧਿਰ ਕੋਲ ਇੰਨੀ ਪਾਵਰ ਹੋਵੇ, ਦੂਜੀ ਪਾਵਰਲੈਸ ਹੋਵੇ, ਉੱਥੇ ਪਾਵਰ ਲਈ ਹੀ ਲੜਾਈ ਲੜੀ ਜਾ ਸਕਦੀ, ਹੋਰ ਕੋਈ ਲੜਾਈ ਲੜਨੀ ਉੱਥੇ ਪੋਸੀਬਲ ਨਹੀਂ ਹੈਗੀ। ਤੁਸੀਂ ਕਿਵੇਂ ਲੜ ਰਹੇ ਹੋ ਲੜਾਈ, ਜਾਂ ਕਿਵੇਂ ਲੜੋਗੇ? ਤੁਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਲੜੋਗੇ ਜਿਵੇਂ ਸਿਮਰਨਜੀਤ ਸਿੰਘ ਮਾਨ ਆ, ਕਿ ਵੱਖ? ਨਹੀਂ, ਦੇਖੋ ਅਸੀਂ ਪੋਲੀਟੀਕਲ ਸਿਸਟਮ 'ਚ ਨਹੀਂ ਆਉਣਾ। ਇੱਕ ਸੋਸ਼ਲ ਸਿਸਟਮ ਹੁੰਦਾ ਹੈ ਪੋਲੀਟੀਕਲ ਸਿਸਟਮ ਤੋਂ ਬਾਹਰ, ਜਿਹੜਾ ਪੋਲੀਟੀਕਲ ਸਿਸਟਮ ਨੂੰ ਡਰਾਈਵ ਕਰਦਾ ਜੀ। ਜੇ ਸਮਾਜ ਖਰਾਬ ਹੋ ਜਾਏ ਤਾਂ ਰਾਜਨੀਤੀ ਵੀ ਖਰਾਬ ਹੋ ਜਾਂਦੀ ਹੈ। ਸੋ ਜਿਹੜਾ ਅੱਜ ਸੋਸ਼ਲ ਸਿਸਟਮ ਹੈ ਉਹਦੇ 'ਚ ਜਿਹੜੇ ਸਿੱਖ ਹੈ ਉਹ ਜਿਹੜੀ ਉਹਨਾਂ ਦੀ ਮੈਚਿਓਰਿਟੀ ਹੈ, ਪੋਲੀਟੀਕਲ ਮੈਚਿਓਰਿਟੀ, ਉਹ ਬਹੁਤ ਘੱਟ ਗਈ ਹੈ, ਮਤਲਬ ਆਲਮੋਸਟ ਨਨ ਹੈ। ਉਹਦੇ ਨਾਲ ਹੋ ਕੀ ਰਿਹਾ ਵੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿਸੇ ਵੇਲੇ ਆਪਾ ਵਿਰੋਧੀ, ਸੈਲਫ ਹੇਟ, ਐਸੀਆਂ ਸਾਡੇ ਚੀਜ਼ਾਂ ਆ ਗਈਆਂ ਵੀ ਅਸੀਂ ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆ ਜਾਂਦੇ ਹਾਂ ਜਿਹੜੇ ਬੰਦੇ ਸਾਡੇ ਵਿਰੋਧੀ ਨੇ, ਤੇ ਉਹਨਾਂ ਨੂੰ ਪਿੱਛੇ ਧੱਕਦੇ ਹਾਂ ਜਿਹੜੇ ਬੰਦੇ ਸਾਡੇ ਹੱਕ 'ਚ ਨੇ। ਇਹ ਅਸੀਂ ਫਨੋਮੇਨਾ ਵੇਖਿਆ ਹੈ ਪਿਛਲੇ ਲੰਮੇ ਸਮੇਂ ਤੋਂ ਵੀ ਜਿਹੜੇ ਵੀ ਸਿੱਖ ਲੀਡਰਾਂ ਨੇ, ਨੌਜਵਾਨਾਂ ਨੇ ਜਾਂ ਸਿੱਖ ਆਗੂਆਂ ਨੇ ਸਿੱਖਾਂ ਨੂੰ ਨੀਂਦ 'ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਸਿੱਖਾਂ ਨੇ ਉੱਠ ਕੇ ਉਹਨਾਂ ਦੇ ਉੱਤੇ ਮਤਲਬ ਵਰੇ ਹੀ ਆ ਵੀ ਤੁਸੀਂ ਸਾਡੇ ਨਾਲ ਇੱਦਾਂ ਕੋਈ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈਗਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਜਿਹੜੀ ਪਾਵਰ ਦੀ ਗੱਲ ਤੁਸੀਂ ਕਰ ਰਹੇ ਹੋ, ਤੁਹਾਨੂੰ ਕਰਨ ਦਊਗਾ ਕੋਈ? ਦੇਖੋ, ਨਾ ਕਰਨ ਦੇਣਗੇ ਇਹ ਤੇ ਆਪਣੇ ਹੱਥ ਵਸ ਨਹੀਂ, ਇਹ ਤੇ ਮਹਾਰਾਜ ਦੇ ਹੱਥ ਵਸ ਹੈ ਵੀ ਜਾਂ ਹਕੂਮਤ ਦੇ ਹੱਥ ਹੈ ਵੀ ਉਹ ਕੀ ਕਰਨ ਦੇਣਾ ਚਾਹੁੰਦੇ ਆ। ਪਰ ਜੇ ਹਿੰਦੁਸਤਾਨ ਆਪਣੇ ਆਪ ਨੂੰ ਇੱਕ ਡੈਮੋਕ੍ਰੇਸੀ ਕਹਿੰਦਾ ਤੇ ਡੈਮੋਕ੍ਰੇਸੀ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਰਾਈਟ ਹੈ ਉਹ ਕਨਸਟੀਟਿਊਸ਼ਨਲ ਹੁੰਦਾ।
ਅਸੀਂ ਕੋਈ ਹਥਿਆਰ ਤੇ ਚੱਕੀ ਨਹੀਂ ਫਿਰਦੇ ਜੀ। ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਤੁਸੀਂ ਹਥਿਆਰ ਚੱਕੋ। ਅਸੀਂ ਤੇ ਸੈਲਫ ਅਵੇਅਰਨੈਸ ਦੀ ਗੱਲ ਕਰਦੇ ਹਾਂ, ਕੌਮ ਨੂੰ ਇਹ ਕਹਿੰਦੇ ਆ ਵੀ ਘੱਟੋ ਘੱਟ ਚੇਤਨਤਾ ਇੰਨੀ ਹੋਣੀ ਚਾਹੀਦੀ ਹੈ ਵੀ ਤੁਹਾਡੇ ਨਾਲ ਕੋਈ ਧੋਖਾ ਨਾ ਕਰ ਜੇ। ਸੋ ਜੇ ਹਿੰਦੁਸਤਾਨ ਡੈਮੋਕ੍ਰੇਸੀ ਹੈਗਾ ਇੰਡੀਆ, ਤੇ ਫਿਰ ਤੇ ਉਹਨਾਂ ਦੇ ਹੱਥ ਵਾਸਤੇ ਹੈ ਵੀ ਜੇ ਤੋਂ ਡਿਕਟੇਟਰਸ਼ਿਪ ਬਣਨਾ ਚਾਹੁੰਦੇ ਤੇ ਐਲਾਨੀਆ ਤੌਰ ਤੇ ਕਹਿ ਦੇਣ ਤੇ ਫਿਰ ਸਾਡੀ ਜ਼ੁਬਾਨ ਬੰਦ ਕਰ ਦੇਣ। ਖਾਸ ਕਰਕੇ ਪਛਾਣ ਕਿਵੇਂ ਆਊਗੀ ਆਪਣੇ ਤੇ ਗਦਾਰਾਂ ਦੀ? ਬਹੁਤੀ ਵਾਰ ਨਹੀਂ ਆਉਂਦੀ ਸੰਘਰਸ਼ ਦੇ ਵਿੱਚ, ਪਰ ਇੱਕੋ ਹੀ ਅੱਜ ਪੈਮਾਨਾ ਤੁਸੀਂ ਦੇਖਣਾ ਤੇ ਸਿੱਖ ਗੁਲਾਮੀ 'ਚ ਨੇ, ਇਸ ਗੱਲ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਮੁਨਕਰ ਨਹੀਂ ਹੈਗਾ। ਤੇ ਜਿਹੜਾ ਬੰਦਾ ਅੱਜ ਗੁਲਾਮੀ ਦੀ ਨੂੰ ਰੈਕੋਗਨਾਈਜ਼ ਨਹੀਂ ਕਰਦਾ ਸਿੱਖ ਆਗੂ ਹੋਣ ਦੇ ਨਾਤੇ, ਮੈਨੂੰ ਲੱਗਦਾ ਵੀ ਉਹ ਜਾਂ ਤੇ ਕਨਫਿਊਜ਼ਡ ਹੈ ਜਾਂ ਜਾਣਬੁੱਝ ਕੇ ਜਿਹੜਾ ਵਾ ਗਦਾਰੀ ਕਰ ਰਿਹਾ ਕੌਮ ਦੇ ਨਾਲ। ਜੇ ਪਿਛਲੇ 4 ਦਹਾਕਿਆਂ ਤੋਂ ਦੇਖ ਲਈਏ ਜਾਂ 1966 ਦੀ ਮੈਂ ਗੱਲ ਕਰਾਂ, ਉੱਥੋਂ ਜੇ ਅਸੀਂ ਦੇਖਦੇ ਹਾਂ, ਤੁਹਾਨੂੰ ਲੱਗਦਾ ਵੀ ਸਿੱਖ ਗੁਲਾਮ ਤਾਂ ਹੋਇਆ ਕਿਉਂਕਿ ਖੁਦ ਨਹੀਂ ਕਰਤੇ ਜਾਂ ਆਪਣਿਆਂ ਨੇ ਹੀ ਕਰਤੇ, ਸਿੱਖਾਂ ਨੇ ਹੀ ਕਰਤੇ? ਨਹੀਂ, ਇਹ ਗੱਲ ਰਿਐਲਿਟੀ ਨਹੀਂ, ਕਿਉਂਕਿ ਦੇਖੋ ਜਦੋਂ 47 ਵਾਪਰਦੀ ਹੈ ਜੀ, 48 ਦੇ ਵਿੱਚ ਸਿੱਖ ਆਜ਼ਾਦੀ ਦਾ ਨਾਅਰਾ ਦਿੰਦੇ ਨੇ, ਬਕਾਇਦਾ ਖਾਲਿਸਤਾਨ ਦਾ ਨਾਂ ਲੈ ਕੇ, ਠੀਕ ਹੈ। ਮਹਾਰਾਜਾ ਪਟਿਆਲਾ ਤੱਕ ਇਸ ਮੂਵਮੈਂਟ 'ਚ ਸ਼ਾਮਲ ਹੁੰਦਾ ਜੀ। ਸਿੱਖਾਂ ਨੂੰ ਬਹੁਤ ਛੇਤੀ ਅਹਿਸਾਸ ਹੋ ਗਿਆ ਸੀ। ਪਹਿਲੀ ਗੱਲ ਤੇ ਜਿਹੜੀ ਵੰਡ ਸੀ ਉਹ ਸਿੱਖਾਂ ਦੇ ਫੇਵਰ 'ਚ ਨਹੀਂ, ਸਿੱਖਾਂ ਨੇ ਅਪੋਜ਼ ਕੀਤਾ ਪਰ ਪਾਵਰ ਨਹੀਂ ਸੀ ਇੰਨੀ ਵੀ ਉਹ ਕਰ ਸਕਣ ਕੁਛ। ਉਸ ਤੋਂ ਬਾਅਦ ਤੇ ਕੰਟੀਨਿਊ ਸਿੱਖ ਸੰਘਰਸ਼ 'ਚ ਨੇ। ਸੋ ਇਹ ਗੱਲ ਜਦੋਂ ਸੰਘਰਸ਼ ਹੁੰਦੀਆਂ ਨਾ ਕੌਮਾਂ, ਤੇ ਕੁਛ ਕੌਮ ਦੇ ਲੀਡਰ, ਕੁਛ ਜਿਵੇਂ ਅੰਗਰੇਜ਼ਾਂ ਦੇ ਮੌਕੇ ਦੇ ਉੱਤੇ ਵੀ ਹਿੰਦੁਸਤਾਨ ਦੇ ਲੀਡਰ ਹੀ ਪੋਲਿਟਿਕਸ। ਤੁਹਾਨੂੰ ਲੱਗਦਾ ਨਹੀਂ ਵੀ ਆਪਣੇ ਨਿੱਜ ਦੇ ਲਈ ਹਰਿਆਣਾ ਨਿਕਲ ਗਿਆ, ਹਿਮਾਚਲ ਨਿਕਲ ਗਿਆ, ਆਪਣੇ ਨਿੱਜ ਦੇ ਲਈ ਨਿਕਲਿਆ ਉਹ ਵੀ ਸਿੱਖ ਨੇ ਲੋਕ? ਨਹੀਂ, ਨਿਕਲਣਾ ਦੇਖੋ ਉਹ ਤੇ ਉਹਨਾਂ ਦੀ ਡਿਵਾਈਡ ਐਂਡ ਰੂਲ ਪਾਲਿਸੀ ਹੈਗੀ ਆ। ਬੋਲੀ ਦੇ ਆਧਾਰ ਤੇ ਸੂਬਾ ਮੰਗਿਆ ਸੀ ਨਾ ਸਿੱਖਾਂ ਨੇ। ਹੁਣ ਲਿੰਗੁਇਸਟਿਕ ਬੇਸਿਸ ਤੇ ਸਾਰੀਆਂ ਸਟੇਟਸ ਬਣੀਆਂ ਨੇ, ਤੇ ਜੇ ਕੋਈ ਕੌਮ ਆਪਣੀ ਬੋਲੀ ਕਵੇ ਵੀ ਸਾਡੀ ਇਹ ਬੋਲੀ ਨਹੀਂ ਹੈਗੀ, ਉਹ 'ਚ ਸਿੱਖਾਂ ਦਾ ਕੋਈ ਦੋਸ਼ ਨਹੀਂ। ਪਰ ਇਹਦੇ ਲਈ ਤਾਂ ਤੁਸੀਂ ਸਹਿਮਤ ਹੋਵੋਗੇ ਵੀ ਆਪਣਿਆਂ ਨੇ ਪਿੱਠ 'ਚ ਛੁਰਾ ਮਾਰਿਆ ਤੇ ਹੁਣ ਤੱਕ ਮਾਰਦੇ ਆਏ ਨੇ। ਨਹੀਂ, ਉਹ ਤੇ ਮਾਰਨਾ ਉਹਨਾਂ ਨੇ। ਦੇਖੋ ਜਿਹੜੀ ਕੌਮ ਆਪਣੇ ਕਲਚਰ ਤੋਂ ਮੁਨਕਰ ਹੋ ਜੇ, ਆਪਣੀ ਮਿੱਟੀ ਤੋਂ ਮੁਨਕਰ ਹੋ ਜੇ, ਆਪਣੇ ਪਾਣੀਆਂ ਤੋਂ, ਆਪਣੀ ਸੱਭਿਅਤਾ ਤੋਂ, ਉਸ ਕੌਮ ਨੇ ਤੇ ਪਿੱਠ 'ਚ ਛੁਰਾ ਮਾਰਨਾ ਹੀ ਮਾਰਨਾ। ਤੁਹਾਨੂੰ ਕੀ ਲੱਗਦਾ ਗਾ, ਮਤਲਬ ਜਿਵੇਂ ਪਿੱਠ 'ਚ ਛੁਰਾ ਮਾਰਨ ਦੀ ਗੱਲ ਆਉਂਦੀ ਆ, ਹੁਣ ਕਿਵੇਂ ਅਵੇਅਰ ਰਹਿਣਾ ਚਾਹੀਦਾ ਜਦੋਂ ਇੱਥੋਂ ਤੱਕ ਅਸੀਂ ਆ ਗਏ? ਜੇ ਆਪਾਂ ਆਪਦੇ ਆਪ ਨੂੰ ਕਹਿਣਾ ਵੀ ਅਸੀਂ ਮਾਡਰਨ ਵੀ ਹੋ ਗਏ, ਜਾਂ ਸਿੱਖ ਇੱਕ ਐਸੀ ਕੌਮ ਆ ਹਰ ਦੇਸ਼ ਦੇ ਵਿੱਚ ਬੈਠੇ ਨੇ, ਸੇਵਾ ਵੀ ਕਰਦੇ, ਸੇਵਾ ਭਾਵਨਾ ਵੀ ਆ, ਪੰਜਾਬ ਦੇ ਲਈ ਦਰਦ ਵੀ ਰੱਖਦੇ ਆ, ਪਰ ਆਪਾਂ ਨੂੰ ਕਿਹੜੀ ਚੀਜ਼ ਆ ਜਿਹੜੀ ਅਵੇਅਰ ਕਰ ਦੂਗੀ, ਨੌਜਵਾਨਾਂ ਨੂੰ ਅਵੇਅਰ ਕਰ ਦੂਗੀ? ਇਹ ਨਾ ਤੁਸੀਂ ਜਦੋਂ ਅਮਰੀਕਾ ਦੀ ਰਾਜਨੀਤੀ ਪੜ੍ਹੋਗੇ ਨਾ, ਉੱਥੇ ਬਲੈਕਸ ਦਾ ਇੱਕ ਰੈਵੋਲੂਸ਼ਨ ਹੋਇਆ। ਬਿਲਕੁਲ। ਉਹਨਾਂ ਨੂੰ ਕਨਫਿਊਜ਼ਨ ਸੀ ਵੀ ਸ਼ਾਇਦ ਸਾਡੀਆਂ ਪ੍ਰੋਬਲਮਸ ਕਰਕੇ ਸਾਡੇ ਤੇ ਸਲੇਵਰੀ ਜਿਹੜੀ ਉਹ ਦੂਰ ਨਹੀਂ ਜਾ ਰਹੀ, ਪਰ ਉਹਨਾਂ ਨੇ ਪਿੱਛੇ ਜੇ ਇੱਕ ਡਿਸੀਜਨ ਲਿਆ, ਉਹਨਾਂ ਦੇ ਜਿਹੜੇ ਇੰਟੈਲੈਕਚੁਅਲ ਸੀ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਦੋਂ ਗੁਲਾਮ ਹੋ ਜਾਂਦੀ ਨਾ ਕੋਈ ਕੌਮ, ਉਹ 'ਚ ਗੁਲਾਮਾਂ ਦਾ ਕੋਈ ਦੋਸ਼ ਨਹੀਂ, ਉਹਨਾਂ ਦਾ ਫੇਲੀਅਰ ਵੀ ਅਪਰੈਸਰ ਦੇ ਉੱਤੇ ਹੀ ਪੈਣਾ ਚਾਹੀਦਾ। ਸੋ ਸਾਡਾ ਫੇਲੀਅਰ ਹਿੰਦੁਸਤਾਨ ਦੀ ਸਟੇਟ ਤੇ, ਕਿਉਂਕਿ ਸਾਡੇ ਕੋਲ ਰਾਹ ਕਿੰਨੇ ਗਾ, ਸਾਡੇ ਕੋਲ ਆਪਸ਼ਨ ਕੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਆਪਣੇ ਬੰਦਿਆਂ ਨੂੰ ਕ੍ਰਿਟਿਸਾਈਜ਼ ਕਰਨਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ, ਕਿਉਂਕਿ ਜਿਹੜੇ ਬੰਦੇ ਈਵਨ ਸਾਡੇ ਬੰਦੇ ਸਟੇਟ ਦੇ ਫੇਵਰ 'ਚ ਚੱਲ ਰਹੇ ਨੇ, ਉਹਨਾਂ ਦੇ ਕੋਲ ਆਪਸ਼ਨ ਕੀ ਹੈ। ਹਾਂ, ਇਹ ਗੱਲ ਹੈ ਵੀ ਉਹਨਾਂ ਨੂੰ ਨੈਤਿਕ ਤੌਰ ਤੇ ਨਹੀਂ ਕਰਨਾ ਚਾਹੀਦਾ, ਪਰ ਜੇ ਤੁਸੀਂ ਸਟਰਕਚਰ ਹੀ ਇੱਦਾਂ ਦਾ ਬਣਾ ਦੋਗੇ, ਸੱਚਾ ਇੱਦਾਂ ਦਾ ਬਣਾ ਦੋਗੇ, ਤੇ ਜਿਸ 'ਚ ਢਲਣਾ ਹੀ ਪੈਣਾ, ਤੇ ਇਹਦਾ ਮਤਲਬ ਇਹ ਹੈ ਵੀ ਕੌਮ ਨੂੰ ਅੱਜ ਸਿਰਫ ਇੱਕ ਚੀਜ਼ ਦੀ ਲੋੜ ਹੈ ਵੀ ਕੌਮ ਕਲੈਕਟਿਵ ਰੂਪ 'ਚ ਰੈਕੋਗਨਾਈਜ਼ ਕਰੇ ਵੀ ਜਿਹੜੀ ਗੁਲਾਮੀ ਹੈ ਇਹੋ ਹੀ ਇੱਕ ਪ੍ਰੋਬਲਮ ਹੈ, ਇਹੋ ਹੀ ਜੜ ਹੈ, ਇਹਨੂੰ ਦੂਰ ਕਰਨ ਦੀ ਲੋੜ ਹੈ, ਹੋਰ ਕੋਈ ਨਹੀਂ। ਪਰ ਇਹ ਨੌਜਵਾਨਾਂ ਦੇ ਖੂਨ ਦੇ ਵਿੱਚ ਤਾਂ ਭਰਨਾ ਪਊਗਾ ਵੀ ਕਦੇ ਵੀ ਤੁਸੀਂ ਵਿਕਣਾ ਨਹੀਂ, ਕਦੇ ਵੀ ਤੁਸੀਂ ਝੁਕਣਾ ਨਹੀਂ, ਜਾਂ ਉਹਨਾਂ ਦੀ ਪਹਿਚਾਣ ਕਰਨੀ ਆ ਜਿਹੜੇ ਗਲਤ ਨੇ, ਚਾਹੇ ਉਹ ਆਪਣੇ ਹੀ ਨੇ, ਠੀਕ ਹੈ, ਆਪਾਂ ਨਹੀਂ ਨਿੰਦਦੇ, ਪਰ ਪਹਿਚਾਣ ਤਾਂ ਹੋਣੀ ਚਾਹੀਦੀ ਆ, ਸਹੀ ਗਲਤ ਦਾ ਪਤਾ ਤਾਂ ਲੱਗੇ। ਨਹੀਂ, ਨੌਜਵਾਨਾਂ ਦੇ ਵਿੱਚ ਤੇ ਬਹੁਤ ਅਵੇਅਰਨੈਸ ਹੈ ਇਸ ਪ੍ਰਤੀ। ਪ੍ਰੋਬਲਮ ਇਹ ਆ ਵੀ ਨੌਜਵਾਨਾਂ ਨੂੰ ਡਿਸਕਰੇਜ ਕੀਤਾ ਜਾਂਦਾ ਹੈ, ਇਹ ਸਾਰੀ ਰਾਜਨੀਤੀ ਤੋਂ ਦੂਰ ਕੀਤਾ ਜਾਂਦਾ ਹੈ, ਇਹ ਸਾਰੀ ਰਿਲੀਜੀਅਸ ਪੋਲਿਟਿਕਸ ਤੋਂ ਦੂਰ ਕੀਤਾ ਜਾਂਦਾ ਹੈ, ਧਾਰਮਿਕ ਅਦਾਰਿਆਂ ਤੋਂ ਦੂਰ ਰੱਖਿਆ ਜਾਂਦਾ ਹੈ। ਨੌਜਵਾਨਾਂ ਦਾ ਵਿਰੋਧ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਨੌਜਵਾਨ 'ਚ ਜਿਹੜਾ ਪੋਟੈਂਸ਼ੀਅਲ ਹੈ ਕਿਸੇ ਚੀਜ਼ ਨੂੰ ਕੰਮ ਕਰਨ ਦਾ, ਉਹ ਇੱਕ ਦੂਜੇ ਬੰਦੇ 'ਚ ਨਹੀਂ ਹੈਗਾ। ਸੋ ਉਹਨਾਂ ਦੇ ਉਹ ਸਾਲ ਵੇਸਟ ਕਰਦੇ ਨੇ ਜਿਹੜੇ ਜਵਾਨੀ ਦੇ, ਜਿਸ 'ਚੋਂ ਕੁਛ ਨਹੀਂ ਕਰ ਸਕਦੇ ਕੌਮ ਲਈ, ਤੇ ਫਿਰ ਬਾਅਦ 'ਚੋਂ ਉਹਨਾਂ ਬੰਦਿਆਂ ਨੇ ਫਰਸਟ੍ਰੇਸ਼ਨ ਦੇ ਵਿੱਚ ਆਣ ਕੇ ਦੂਜੇ ਨੌਜਵਾਨਾਂ ਦੇ ਨਾਲ ਇਹ ਸਭ ਕੁਝ ਕਰਨਾ। ਇਹ ਸਾਈਕਲ ਚੱਲ ਰਿਹਾ ਕੌਮ ਦੇ ਵਿੱਚ। ਸੋ ਨੌਜਵਾਨਾਂ ਨੂੰ ਅਸੀਂ ਅਵੇਅਰ ਹੀ ਕਰ ਰਹੇ ਹਾਂ ਵੀ ਦੇਖੋ, ਜਦੋਂ ਕੌਨਫਲਿਕਟ ਦਿੱਲੀ ਨਾਲ ਹੈ, ਆਪਸੀ ਬੰਦੇ ਨਾਲ ਲੜਨ ਦਾ ਭੈਣ ਦਾ ਫਾਇਦਾ ਨਹੀਂ ਹੈ ਕੋਈ। ਚਲੋ ਠੀਕ ਹੈ, ਉਹ ਸਾਡੇ ਤੋਂ ਕੋਈ ਵਧੀਕੀ ਕਰਨਗੇ, ਅਸੀਂ ਬਰਦਾਸ਼ਤ ਕਰ ਦਾਂਗੇ, ਹੋਰ ਤੇ ਕੋਈ ਸਾਡੇ ਕੋਲ ਰਾਹ ਨਹੀਂ ਹੈਗਾ। SGPC ਬਾਰੇ ਕੀ ਸੋਚਦੇ ਹੋ? ਸਿੱਖਾਂ ਦੀ ਬੜੀ ਵੱਡੀ ਸੰਸਥਾ ਹੈ SGPC, ਜਿਹੜੀ ਪੂਰਨ ਤੌਰ ਤੇ ਆਜ਼ਾਦ ਨਹੀਂ ਹੈਗੀ, ਜਿਨ੍ਹਾਂ ਦੇ ਫੈਸਲੇ ਬਹੁਤ ਵਾਰ ਸਟੇਟ ਤੋਂ ਪ੍ਰਭਾਵਿਤ ਹੁੰਦੇ ਨੇ, ਤੇ ਉਹਨਾਂ ਦਾ ਮੇਨ ਮਕਸਦ ਹੀ SGPC ਦਾ ਇਹ ਰਿਹਾ ਹੈ ਵੀ ਉਹਨਾਂ ਦਾ ਵੈਸੇ ਤੇ ਉਹਨਾਂ ਦੀ ਹੋਂਦ ਇਸ ਗੱਲ ਤੇ ਟਿਕੀ ਆ ਵੀ ਸਿੱਖ ਸੋਵਰਨਟੀ ਨੂੰ ਬਣਾਈ ਰੱਖਣਾ ਜੀ, ਗੁਰਦੁਆਰਿਆਂ ਦੀ ਆਜ਼ਾਦੀ ਨੂੰ ਕਾਇਮ ਰੱਖਣਾ। ਪਰ ਅੱਜ ਦੇ ਹਾਲਾਤਾਂ ਦੇ ਵਿੱਚ ਉਹ ਗੁਲਾਮ ਹੋ ਚੁੱਕੇ ਨੇ, ਸੈਂਟਰ ਦੇ ਅਧੀਨ ਹੈ। ਦੁਨੀਆ ਦਾ ਕੋਈ ਧਰਮ ਨਹੀਂ ਹੈ ਜਿਹਦੇ ਤੇ ਇਦਾਂ ਦੀ ਡਿਕਟੇਟਰਸ਼ਿਪ ਹੋਵੇ ਵੀ ਤੁਸੀਂ ਆਪਣੀ ਇਲੈਕਸ਼ਨ ਕਦੋਂ ਕਰਾਉਣੀ ਕਦੋਂ ਨਹੀਂ ਕਰਾਉਣੀ, ਹੈ ਨਾ, ਡੈਮੋਕ੍ਰੈਟਿਕ ਢਾਂਚੇ ਦੀ। ਤੁਸੀਂ ਕਹਿ ਰਹੇ ਹੋ SGPC ਗੁਲਾਮ ਆ, ਤੁਸੀਂ ਆਜ਼ਾਦ ਕਰਵਾਓਗੇ? ਕੋਸ਼ਿਸ਼ ਤੇ ਸਾਡੀ ਇਹੋ ਹੀ ਹੈ
ਵੀ ਪੰਥ ਦੀ ਹਰ ਸੰਸਥਾ ਆਜ਼ਾਦ ਹੋਵੇ, ਇਕੱਲੀ ਐਸਜੀਪੀਸੀ ਨਹੀਂ। ਕੱਲਿਆਂ ਦੀ ਕਿ ਕਿਸੇ ਨਾਲ ਸਮਝੌਤਾ ਕਰਕੇ? ਨਹੀਂ, ਸਾਡਾ ਦੇਖੋ ਐਸਜੀਪੀਸੀ ਪੋਲਿਟਿਕਸ ਜਾਣ ਦਾ ਸਾਡਾ ਕੋਈ ਪਲਾਨ ਨਹੀਂ। ਅਸੀਂ ਤੇ ਪੰਥਕ ਧਿਰਾਂ ਨੂੰ ਇਹੋ ਸੱਦਾ ਦੇਵਾਂਗੇ ਵੀ ਤੁਸੀਂ ਇਕੱਠੇ ਹੋ ਜਾਓ, ਅਸੀਂ ਉਹਨਾਂ ਨੌਜਵਾਨਾਂ ਨੂੰ ਪਲੇਟਫਾਰਮ ਦੇਵਾਂਗੇ। ਪਰ ਤੁਸੀਂ ਪਾਵਰ ਦੀ ਗੱਲ ਕਰਦੇ ਹੋ, ਜੇ ਐਸਜੀਪੀਸੀ ਦੇ ਵਿੱਚ ਤੁਸੀਂ ਨਹੀਂ ਜਾਓਗੇ ਫਿਰ ਹੋਊਗਾ ਕੀ? ਨਹੀਂ, ਪਾਵਰ ਦੇਖੋ ਪੰਥਕ ਧਿਰਾਂ ਬਹੁਤ ਸੁਹਿਰਦ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਪਾਵਰ ਨਹੀਂ ਮਿਲ ਰਹੀ। ਨੌਜਵਾਨਾਂ ਦੇ ਕੋਲੇ ਸ਼ਮਤਾ ਹੁੰਦੀ ਹੈ। ਮੈਂ ਪਰਸਨਲੀ ਤੌਰ ਤੇ ਨਹੀਂ ਜਾਊਂਗਾ, ਹੋ ਸਕਦਾ ਕਿ ਹੋਰ ਲੀਡਰ ਜਿਹੜੇ ਨੇ ਉਹ ਚੱਲ ਜਾਣ ਐਸਜੀਪੀਸੀ ਦੇ ਵਿੱਚ, ਇਲੈਕਟਰਲ ਪੋਲਿਟਿਕਸ ਚੱਲ ਜਾਣ। ਤੁਹਾਡੀ ਜਥੇਬੰਦੀ ਵੱਲੋਂ ਜੇ ਕੋਈ ਨੌਜਵਾਨ ਇੰਟਰਸਟਿਡ ਹੋਊਗਾ ਮਤਲਬ ਐਸਜੀਪੀਸੀ ਸਟਰਕਚਰ ਦੇ ਵਿੱਚ ਜਾਣ ਲਈ, ਤੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਬਹੁਤ ਵਾਰ ਜਦੋਂ ਅਸੀਂ ਪੋਲੀਟੀਕਲ ਲੋਕਾਂ ਨੂੰ ਮਿਲਦੇ ਹਾਂ ਜਾਂ ਪੋਲੀਟੀਕਲ ਲੋਕਾਂ ਦੀਆਂ ਮੁਲਾਕਾਤਾਂ ਕਰਦੇ ਹਾਂ ਜਾਂ ਉਹੋ ਜਿਹੇ ਅਸੀਂ ਘੇਰੇ ਦੇ ਵਿੱਚ ਰਹਿੰਦੇ ਹਾਂ, ਉੱਥੇ ਇੱਕ ਗੱਲ ਕਹੀ ਜਾਂਦੀ ਆ ਵੀ ਪਹਿਲਾਂ ਸਭ ਤੋਂ ਸਿਆਣੀ ਗੱਲ ਹੁੰਦੀ ਆ, ਪਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਬਹੁਤ ਸਾਰੇ ਹੋਰ ਲੋਕ ਨੇ, ਤੁਸੀਂ ਕਿਵੇਂ ਦਾਅਵੇ ਨਾਲ ਕਹਿ ਸਕਦੇ ਹੋ ਵੀ ਜਦੋਂ ਉਹ ਅਲਟੀਮੇਟ ਪਾਵਰ ਤੇ ਪਹੁੰਚਣਗੇ ਤੇ ਉਹ ਪਾਸਾ ਨਹੀਂ ਬਦਲਣਗੇ? ਨਹੀਂ, ਇਹਦੇ 'ਚ ਰਿਸਕ ਫੈਕਟਰ ਤੇ ਹੈਗਾ, ਹਾਂ, ਪਰ ਚੇਂਜ ਤੋਂ ਬਿਨਾਂ ਤੇ ਕੁਝ ਵੀ ਪੋਸੀਬਲ ਨਹੀਂ। ਹੁਣ ਆਪਾਂ ਮੌਜੂਦਾ ਸਮੇਂ ਦੇ ਵਿੱਚ ਆਪਾਂ ਇੱਕ ਲੱਤ ਤੇ ਖਲੋਤੇ ਹੋਈਏ, ਦੂਜੀ ਲੱਤ ਆਪਣੀ ਲੱਤ ਥੱਕ ਜੇ ਤੇ ਆਪਾਂ ਦੂਜਾ ਪੈਰ ਭੁੰਜੇ ਨਾ ਲਈਏ ਵੀ ਇਹਨੇ ਸਾਡਾ ਭਾਰ ਚੱਲਣਾ ਕਿ ਨਹੀਂ ਚੱਲਣਾ। ਇਹ ਮੇਰੇ ਖਿਆਲ ਨਾਲ ਸਹੀ ਦਲੀਲ ਨਹੀਂ ਹੈਗੀ। ਸਾਨੂੰ ਇਹ ਚਾਹੀਦਾ ਹੈ ਵੀ ਚੇਂਜ ਜ਼ਰੂਰੀ ਹੈ, ਤੇ ਇਹਨਾਂ ਵੀ ਹੈਗਾ ਵੀ ਜਿਹੜੇ ਲੋਕਾਂ ਨੇ ਲੰਮੇ ਸਮੇਂ ਤੱਕ ਸੰਘਰਸ਼ ਨੂੰ ਜਿਉਂਦੇ ਰੱਖਿਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਪਰਖ ਤੇ ਹੋਣੀ ਚਾਹੀਦੀ ਹੈ ਨਾ। ਮਤਲਬ ਅਸੀਂ ਜੇ ਫੇਲ ਹੋ ਜਾਾਂਗੇ, ਅਟੈਂਪਟ ਕਰਕੇ ਫੇਲ ਹੋਵਾਂਗੇ ਨਾ, ਬਿਨਾਂ ਅਟੈਂਪਟ। ਇਹ ਗੁਲਾਮੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਬੰਦਾ ਅਟੈਂਪਟ ਕਰਨਾ ਬੰਦ ਕਰ ਦਿੰਦਾ। ਪਰ ਜਿਸ ਨੂੰ ਕੌਮ ਪ੍ਰਵਾਨ ਨਹੀਂ ਕਰਦੀ ਉਸ ਨਾਲ ਤਾਂ ਨਹੀਂ ਕਦੇ ਸਮਝੌਤਾ ਹੋਊਗਾ। ਨਹੀਂ ਜੀ, ਜਿਹੜਾ ਸਿਧਾਂਤ ਤੇ ਨਹੀਂ ਖੜਾ ਉਹਦੇ ਨਾਲ ਸਮਝੌਤਾ ਕਰਦਾ। ਸਮਝੌਤਾ ਸਾਡਾ ਕਿਸੇ ਨਾਲ ਨਹੀਂ, ਸਮਝੌਤਾ ਕੇਵਲ ਗੁਰੂ ਨਾਲ ਹੈ। ਜਿਹੜਾ ਬੰਦਾ ਗੁਰੂ ਦੀ ਸਿੱਖਿਆ ਤੇ ਚੱਲਦਾ ਉਹਦੇ ਨਾਲ ਤੁਰ ਪਾਂਗੇ, ਜੇ ਨਹੀਂ ਤੇ ਫਿਰ ਭਾਵੇਂ ਸਾਡਾ ਕਿੰਨਾ ਵੀ ਨੁਕਸਾਨ ਹੁੰਦਾ, ਇਹ ਸਮਝੌਤਾ ਨਹੀਂ ਹੋ ਸਕਦਾ। ਤੁਹਾਨੂੰ ਲੱਗਦਾ ਹੈਗਾ ਵੀ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ, ਅਕਾਲੀ ਦਲ, ਚਾਹੇ ਉਹ ਬਹੁਤ ਹਿੱਸਿਆਂ ਦੇ ਵਿੱਚ ਵੰਡੀ ਗਈ, ਪਰਿਵਾਰਵਾਦ ਦੇ ਵੀ ਦੋਸ਼ ਲੱਗਦੇ ਆ, ਪਰਿਵਾਰਵਾਦ ਨੇ ਕੈਪਚਰ ਕਰ ਲਿਆ ਉਸ ਪਾਰਟੀ ਨੂੰ, ਪਰ ਤੁਹਾਨੂੰ ਲੱਗਦਾ ਵੀ ਉਸ ਦਾ ਮੁੜ ਸਰਵਾਈਵ ਹੋਣਾ ਜ਼ਰੂਰੀ ਹੈ ਜਾਂ ਮੁੜ ਪੈਰਾਂ ਸਿਰ ਖੜੇ ਹੋ? ਨਹੀਂ, ਉਹ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਨਾ ਪੈਣਾ। ਹਾਂ, ਪਾਰਟੀ ਇਸ ਹਾਲਤ 'ਚ ਪਹੁੰਚੀ ਕਿਉਂ? ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ, ਉਹਨੂੰ ਪੰਜਾਬੀ ਪਾਰਟੀ ਬਣਾਇਆ ਗਿਆ। ਉਹ ਤੋਂ ਬਾਅਦ 'ਚ ਸਿੱਖਾਂ ਨੂੰ ਹੌਲੀ ਹੌਲੀ ਪਰੇ ਕੀਤਾ ਗਿਆ। ਜਿਹੜੇ ਮਤਲਬ ਧਾਰਮਿਕ ਲੋਕ ਸਨ, ਧਾਰਮਿਕ ਬਿਰਤੀ ਦੇ ਲੋਕ ਸਨ, ਜਿਹੜੇ ਵੇਖ ਨਹੀਂ ਸੀ ਸਕਦੇ, ਤੇ ਕੁਝ ਕਰਪਟ ਬੰਦੇ ਉੱਤੇ ਆਣ ਕੇ ਬਹਿ ਗਏ। ਹੁਣ ਉਹ ਸਟਰਕਚਰਲ ਪ੍ਰੋਬਲਮ ਹੈ, ਪਾਰਟੀ ਨੂੰ ਕੁਝ ਨਹੀਂ ਹੋਇਆ ਹੁੰਦਾ। ਜੇ ਤੇ ਜਿਹੜੇ ਬੰਦਿਆਂ ਨੇ ਸਭ ਕੁਝ ਕੀਤਾ ਉਹ ਬੰਦੇ ਪਾਰਟੀ 'ਚੋਂ ਬਾਹਰ ਹੋ ਜਾਣ, ਬਕਾਇਦਾ ਬਾਹਰ ਕੀਤੇ ਜਾਣ, ਤੇ ਪਾਰਟੀ ਨੂੰ ਤਾਂ ਕੀ ਹੈ, ਬੰਦਿਆਂ ਦੇ ਉੱਤੇ ਖੜੀ ਹੈ ਨਾ ਪਾਰਟੀ। ਕਨਸਟੀਟਿਊਸ਼ਨ ਪਾਰਟੀਆਂ ਦੇ ਉਹ ਰਹਿੰਦੇ ਨੇ, ਬਹੁਤ ਕੁਝ ਹੋ ਰਹਿੰਦਾ, ਬੰਦੇ ਬਦਲ ਜਾਂਦੇ, ਸਾਰਾ ਕੁਝ ਬਦਲ ਜਾਂਦਾ। ਸੋ ਇਸ ਕਰਕੇ ਜੇ ਤੇ ਨਵੇਂ ਚਿਹਰੇ ਪਾਰਟੀ 'ਚ ਆਉਂਦੇ ਨੇ ਤੇ ਕੋਈ ਆਸ ਵੱਧ ਸਕਦੀ ਹੈ। ਅਦਰਵਾਈਜ਼ ਜੋ ਕੁਝ ਹੁਣ ਚੱਲ ਰਿਹਾ ਉਹ ਤੇ ਉਹਨਾਂ ਦੀ ਤਾਂ ਦੌੜ ਇਹ ਲੱਗੀ ਹੈ ਵੀ ਦਿੱਲੀ ਨੂੰ ਵੱਧ ਕੌਣ ਖੁਸ਼ ਕਰਦਾ। ਜਿਹੜੀਆਂ ਇਹ ਕੁਝ ਪਾਰਟੀਆਂ ਨੇ, ਇਹਨਾਂ ਦੀ ਤਾਂ ਦੌੜ ਇਹ ਲੱਗੀ ਹੈ ਵੀ ਦਿੱਲੀ ਦੇ ਥੱਲੇ, ਮਤਲਬ ਦਿੱਲੀ ਦੇ ਅੱਗੇ ਸਾਹਮਣੇ ਜਿਹੜਾ ਕੌਣ ਜ਼ਿਆਦਾ ਝੁਕਦਾ। ਇੱਕ ਨਿੱਜੀ ਸਵਾਲ ਆ, ਜੇ ਤੁਸੀਂ ਨਹੀਂ ਵੀ ਜਵਾਬ ਦੇਣਾ ਤੁਸੀਂ ਨਾ ਵੀ ਕਹਿ ਸਕਦੇ ਹੋ, ਪਰ ਮੈਨੂੰ ਲੱਗਦਾ ਵੀ ਪੁੱਛਣਾ ਚਾਹੀਦਾ। ਸਿਮਰਨਜੀਤ ਸਿੰਘ ਮਾਨ, ਉਹਨਾਂ ਤੇ ਮੈਂ ਤੁਹਾਡਾ ਕਮੈਂਟ ਲੈਣਾ ਕਮੈਂਟ ਲੈਣਾ ਚਾਹੂੰਗਾ। ਤੁਸੀਂ ਨੌਜਵਾਨ ਹੋ, ਨੌਜਵਾਨਾਂ ਦੇ ਹੁਣ ਆਗੂ ਵੀ ਬਣ ਰਹੇ ਹੋ, ਖਾਸ ਕਰਕੇ ਵਾਰਿਸ ਪੰਜਾਬ ਦੀ ਜਥੇਬੰਦੀ ਆ, ਤੁਹਾਡਾ ਕੀ ਪੁਆਇੰਟ ਆਫ ਵਿਊ ਆ? ਦੇਖੋ, ਮੈਂ ਉਹਨਾਂ ਦੀ ਇੱਕ ਗੱਲ ਦੀ ਬਹੁਤ ਸਿਫਤ ਕਰਦਾ। ਜਦੋਂ ਪੰਜਾਬ ਦੇ ਵਿੱਚ ਹਰ ਬੰਦਾ ਸੰਘਰਸ਼ ਤੋਂ ਬੇਮੁਖ ਹੋ ਗਿਆ, ਇੱਕ ਦੌਰ ਐਸਾ ਆਇਆ, ਉਹਨਾਂ ਨੇ ਸਿਧਾਂਤ ਤੇ ਡਟ ਕੇ ਇਸ ਗੱਲ ਤੇ ਕਾਇਮ ਰਹੇ ਵੀ ਨਹੀਂ, ਅਸੀਂ ਖਾਲਸੇ ਰਾਜ ਤੋਂ ਘੱਟ ਸਮਝੌਤਾ ਨਹੀਂ ਕਰਨਾ। ਹੁਣ ਇਹ ਗੱਲ ਸਾਨੂੰ ਕਹਿਣ ਸੁਣਨ 'ਚ ਸੌਖੀ ਲੱਗਦੀ ਹੈ। 20-25 ਸਾਲ ਦਾ ਪੀਰੀਅਡ ਹੈ, ਫੇਲੀਅਰ ਤੋਂ ਬਾਅਦ ਫੇਲੀਅਰ, ਆਪਣੀ ਕੌਮ ਵੱਲੋਂ ਉਹਨਾਂ ਨੂੰ ਰੈਕੋਗਨਾਈਜ਼ ਨਾ ਕਰਨਾ, ਉਹਨਾਂ ਦੇ ਸੰਘਰਸ਼ ਨੂੰ ਰੈਕੋਗਨਾਈਜ਼ ਨਾ ਕਰਨਾ, ਪਰ ਫਿਰ ਵੀ ਪੀੜ ਨੂੰ ਕਿਤੇ ਜਿਉਂਦੇ ਰੱਖਣਾ ਤੇ ਸਮਝੌਤਾ ਨਾ ਕਰਨਾ, ਤੇ ਬਾਅਦ 'ਚ ਉਸ ਮਿਹਨਤ ਨੂੰ ਬੂਰ ਪੈਣਾ। ਇਸ ਗੱਲ ਦੇ ਨਾਲ ਮੈਂ ਉਹਨਾਂ ਦੀ ਬਹੁਤ ਐਪਰੀਸ਼ੀਏਟ ਕਰਦਾ। ਦੂਜੀ ਗੱਲ ਹੈ, ਉਹ ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਨੇ ਲੰਬੇ ਪੀਰੀਅਡ 'ਚ, ਐਜ਼ ਅ ਲੀਡਰ ਉਹ ਕੰਪਰੋਮਾਈਜ਼ ਨਹੀਂ ਕਰਦੇ ਸਿਧਾਂਤ ਦੇ ਉੱਤੇ, ਚਾਹੇ ਉਹਨਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੋਵੇ। ਸੋ ਇਹ ਮੇਰੇ ਖਿਆਲ ਦੇ ਨਾਲ ਹਰ ਨੌਜਵਾਨ ਉਹਨਾਂ ਨੂੰ ਐਪਰੀਸ਼ੀਏਟ ਕਰ ਰਿਹਾ ਪੀਰੀਅਡ 'ਚ ਇਸ ਗੱਲ ਤੇ। ਤੁਹਾਨੂੰ ਲੱਗਦਾ ਉਹਨਾਂ ਤੋਂ ਕੋਈ ਗਲਤੀ ਹੋਈ ਆਪਦੇ ਪੋਲੀਟੀਕਲ ਕੈਰੀਅਰ ਦੇ ਵਿੱਚ, ਖਾਸ ਕਰਕੇ ਜਿਹੜੀ ਥੱਲੇ ਤੋਂ ਉਹਨਾਂ ਦਾ ਆਪਣਾ ਕਾਡਰ ਹੀ ਨਹੀਂ ਉੱਠਿਆ? ਹਾਲਾਂਕਿ ਅਕਾਲੀ ਦਲ ਬਾਦਲ ਬਹੁਤ ਵੱਡੀ ਤਕੜੇ ਲੈਵਲ ਦੀ ਜ਼ਮੀਨ ਬਣਾ ਗਿਆ, ਉਹਨਾਂ ਤੋਂ ਉਹੋ ਜਿਹੀ ਜ਼ਮੀਨ ਨਹੀਂ ਬਣੀ। ਨਹੀਂ, ਇਹਦੇ 'ਚ ਇਹ ਫਰਕ ਹੈ ਵੀ ਅਕਾਲੀ ਦਲ ਬਾਦਲ ਨੂੰ ਦਿੱਲੀ ਦੀ ਸਪੋਰਟ ਸੀ, ਦਿੱਲੀ ਸਿਮਰਨਜੀਤ ਸਿੰਘ ਮਾਨ ਦੇ ਵਿਰੋਧ ਸੀ। ਇਹਨਾਂ ਦੇ ਤੇ ਕੈਂਡੀਡੇਟ ਚੱਕ ਕੇ ਜੇਲ੍ਹਾਂ ਸੱਟੇ ਜਾਂਦੇ ਰਹੇ, ਮੁਕਾਬਲੇ ਬਣਾਏ ਗਏ। ਮੇਰਾ ਸਵਾਲ ਇੱਕ ਹੋਰ ਪੱਖ ਤੋਂ ਸੀ, ਜਿਹੜੇ ਆਪਣੀ ਜੜ੍ਹਾਂ ਦੇ ਨਾਲ ਜੁੜਨ ਦੀ ਗੱਲ ਆ, ਵੀ ਲੋਕਾਂ ਨੂੰ ਉੱਥੋਂ ਤੱਕ ਉਸ ਹਿਸਾਬ ਦੇ ਨਾਲ, ਹਾਲਾਂਕਿ ਜੇ ਆਪਾਂ ਉਦੋਂ ਗੱਲ ਕਰਦੇ ਆ ਕਿੰਨੇ ਐਮਐਲਏ ਲੋਕਾਂ ਨੇ ਜਿਤਾਤੇ ਸੀਗੇ, ਵੀ ਉਸ ਹਿਸਾਬ ਦੇ ਨਾਲ ਉਵੇਂ ਨਹੀਂ ਜੁੜ ਸਕੇ। ਨਹੀਂ, ਇੱਕ ਹੁੰਦੀ ਵੇਵ। ਦੇਖੋ, ਸਿਮਰਨਜੀਤ ਸਿੰਘ ਮਾਨ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ ਜੀ, ਇਹ ਗੱਲ ਹੈਗੀ ਆ ਵੀ ਉਹ ਪ੍ਰੋਪਰਲੀ ਆਪਣਾ ਸਟਰਕਚਰ ਕਦੇ ਵੀ ਡਿਵੈਲਪ ਨਹੀਂ ਕਰ ਪਾਏ ਪਿੰਡ ਲੈਵਲ ਤੱਕ। ਵੇਵ 'ਚ ਉਹ ਜਿੱਤ ਗਏ ਨੇ ਇੱਕ ਵਾਰ, ਠੀਕ ਹੈ। ਦੁਬਾਰਾ ਹੁਣ ਉਹਨਾਂ ਨੂੰ ਇਹ ਕੋਸ਼ਿਸ਼ ਕਰਨ ਦੀ ਲੋੜ ਹੈ ਬਹੁਤ ਵੱਡੇ ਪੱਧਰ ਦੇ ਉੱਤੇ, ਵੀ ਜਦੋਂ ਹੁਣ ਉਹਨਾਂ ਕੋਲ ਵੇਵ ਹੈ, ਇਸ ਵੇਲੇ ਮੂਵਮੈਂਟ ਹੈ, ਉਹ ਆਪਣਾ ਸਟਰਕਚਰ ਪਿੰਡ ਲੈਵਲ ਤੱਕ ਡਿਵੈਲਪ ਕਰ ਜਾਣ। ਕਿਉਂਕਿ ਅਕਸਰ ਜਦੋਂ ਵੇਵ ਖਤਮ ਹੁੰਦੀ ਉਹ ਤੋਂ ਬਾਅਦ ਸਟਰਕਚਰ ਹੀ ਪਾਰਟੀਆਂ ਨੂੰ ਚਲਾਉਂਦਾ। ਤੁਸੀਂ ਕਿੰਨਾ ਡੀਪ ਜਾ ਵੜੇ ਹੋ, ਉਹੀ ਗੱਲ ਮੈਟਰ ਕਰਦੀ ਹੁੰਦੀ ਹੈ। ਸੋ ਇਹ ਗੱਲ ਤੇ ਉਹਨਾਂ ਨੂੰ ਪਾਰਟੀ ਨੂੰ ਧਿਆਨ ਦੇਣਾ ਪੈਣਾ, ਨੋ ਡਾਊਟ। ਹੁਣ ਦੋ ਹੋਰ ਵੱਡੇ ਸਵਾਲ, ਵੀ
ਜਾਂ ਦੋ ਉਹ ਵੱਡੀਆਂ ਗੱਲਾਂ ਜਿਹਦੇ ਬਾਰੇ ਹਰ ਕੋਈ ਬੰਦਾ 24 ਘੰਟੇ ਸੁਣਦਾ ਗਾ ਦੇਖਦਾ ਗਾ, ਪਰ ਜਦੋਂ ਇੱਕ ਦੌਰ ਉਹ ਸੀ ਜਿਹਦੇ ਬਾਰੇ ਬਹੁਤ ਸਾਰਾ ਚੀਜ਼ਾਂ ਫਿਲਟਰ ਹੋ ਕੇ ਪੰਜਾਬ ਦੇ ਵਿੱਚ ਲਾਗੂ ਹੁੰਦੀਆਂ ਸੀ। ਇੱਕ ਤਾਂ ਮੀਡੀਆ ਦੀ ਭੂਮਿਕਾ ਤੇ ਦੂਸਰੀ ਕਲਾਕਾਰਾਂ ਦੀ ਭੂਮਿਕਾ, ਕਿਵੇਂ ਦੇਖਦੇ ਹੋ? ਦੇਖੋ ਮੀਡੀਆ ਜਿਹੜਾ ਹੈ ਉਹ ਕਮਰਸ਼ੀਅਲ ਬਹੁਤ ਹੋ ਗਿਆ। ਜੇ ਅਸੀਂ ਜੋ ਵੀ ਚੀਜ਼ ਕਮਰਸ਼ੀਅਲਾਈਜੇਸ਼ਨ ਵਿੱਚ ਜ਼ਿਆਦਾ ਆ ਜਾਂਦੀ ਲੋੜ ਤੋਂ, ਉਹ ਫਿਰ ਪ੍ਰੋਫਿਟ ਲਾਸ ਦਾ ਬਿਜ਼ਨਸ ਬਣ ਜਾਂਦੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਉਹ ਖਬਰ ਚਲਾਉਣੀ ਜਿਹੜੀ ਖਬਰ ਉਹਨਾਂ ਨੂੰ ਜ਼ਿਆਦਾ ਵਿਊਜ਼ ਦਿੰਦੀ ਹੈ, ਇਹ ਉਹਨਾਂ ਲਈ ਮਜਬੂਰੀ ਬਣ ਗਈ ਹੈ। ਮਜਬੂਰੀ ਵੀ ਹੈ ਇੱਕ ਕਿਸਮ ਦੀ, ਕਿਉਂਕਿ ਉਹਨਾਂ ਵੀ ਸਰਵਾਈਵ ਕਰਨਾ ਹੈ। ਸੋ ਮੇਰੇ ਖਿਆਲ ਦੇ ਨਾਲ ਇਹ 'ਚ ਇਕੱਲਾ ਮੀਡੀਆ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਇਹ 'ਚ ਜਿਹੜਾ ਆਲ ਓਵਰ ਕੈਪੀਟਲਿਜ਼ਮ ਦਾ ਜਿਹੜਾ ਸਟਰਕਚਰ ਹੈ ਵੀ ਹਰ ਚੀਜ਼ ਨੂੰ ਕਮਰਸ਼ੀਅਲਾਈਜੇਸ਼ਨ ਉਹਦੀ ਕਰ ਦਿਓ, ਉਹਦਾ ਬੜਾ ਵੱਡਾ ਰੋਲ ਹੈ। ਇਕੱਲਾ ਮੀਡੀਆ ਦਾਰਾ ਨਹੀਂ, ਹੋਰ ਕਲਾਕਾਰਾਂ ਨਾਲ ਵੀ ਇਹੋ ਹੋ ਗਿਆ। ਉਹ ਚੀਜ਼ ਬੋਲਣੀ ਹੈ ਜਿਹੜੀ ਚੀਜ਼ ਵਿਕਦੀ ਵੱਧ ਹੈ, ਚਾਹੇ ਉਹ ਚੰਗੀ ਹੈ ਸਮਾਜ ਲਈ, ਚਾਹੇ ਮਾੜੀ ਹੈ। ਸੋ ਮੇਰੇ ਖਿਆਲ ਨਾਲ ਜਦੋਂ ਆਪਾਂ ਇਹਨੂੰ ਸਮਝਣਾ ਹੈ ਡੀਪਲੀ, ਤੇ ਆਪਾਂ ਨੂੰ ਕੈਪੀਟਲਿਜ਼ਮ ਦੇ ਸਟਰਕਚਰ ਨੂੰ ਸਮਝਣਾ ਪਊਗਾ। ਸੋ ਇਹ ਕਲਾਕਾਰ ਵੀ ਮੇਰੇ ਖਿਆਲ ਨਾਲ ਬਹੁਤ ਆਪਣੇ ਵਰਗੇ ਨੌਜਵਾਨ ਨੇ, ਉਹਨਾਂ 'ਚ ਜਜ਼ਬਾ ਹੈਗਾ ਕੌਮ ਦੇ ਲਈ ਕੁਛ ਕਰਨ ਦਾ, ਪਰ ਉਹਨਾਂ ਦਾ ਇੱਕ ਕਰੀਅਰ ਹੈ, ਉਹਨੂੰ ਵੀ ਦਾਤ ਨਹੀਂ ਲਾ ਸਕਦੇ। ਬਹੁਤ ਸਾਰੇ ਲੋਕ ਆ ਜਿਹੜੇ ਨਾਨ ਕਮਰਸ਼ੀਅਲ ਹੋ ਕੇ ਬਹੁਤ ਵਧੀਆ ਲਿਖ ਰਹੇ ਨੇ, ਖਾਸ ਕਰਕੇ ਪੰਜਾਬ ਦਾ ਦੁਖਾਂਤ ਦਿਖ ਰਹੇ ਨੇ। ਕਿਹਾ ਜਾਂਦਾ ਵੀ ਜੇ ਤੁਸੀਂ ਵਿਜ਼ੂਅਲੀ ਜਾਂ ਕੁਝ ਬੋਲ ਕੇ ਬੱਚਿਆਂ ਨੂੰ ਸਮਝਾਓਗੇ, ਜ਼ਿਆਦਾ ਛੇਤੀ ਉਹ ਆਪਦੇ ਆਪ ਦੇ ਵਿੱਚ ਅੰਦਰ ਦੇ ਵਿੱਚ ਸਮਾਉਂਦੇ ਨੇ। ਪਰ ਤੁਹਾਨੂੰ ਲੱਗਦਾ ਗਾ ਵੀ ਜਿਹੜੀਆਂ ਅੱਜ ਦੀਆਂ ਪੰਜਾਬ ਦੀਆਂ ਫਿਲਮਾਂ ਆ ਰਹੀਆਂ ਜਾਂ ਜਿੱਦਾਂ ਦੇ ਚੀਜ਼ਾਂ ਲਿਖੀਆਂ ਜਾ ਰਹੀਆਂ ਗੀਆਂ, ਤੁਹਾਡੀ ਜਥੇਬੰਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਪਰੋਚ ਕਰੂ, ਜਾਂ ਬੈਠੋਗੇ ਇੱਕ ਸਾਂਝੀ ਟੇਬਲ ਦੇ ਉੱਤੇ ਗੱਲਬਾਤ 'ਚੋਂ ਬਹੁਤ ਚੀਜ਼ਾਂ ਨਿਕਲਦੀਆਂ? ਦੇਖੋ ਮੀਡੀਆ ਇੱਕ ਪਲੇਟਫਾਰਮ ਹੈ ਜੀ। ਸਿਨੇਮਾ ਨੇ ਬਹੁਤ ਕੁਝ ਬਦਲਿਆ ਹੈ ਨੈਰੇਟਿਵ ਦੇ ਪੱਖ ਤੋਂ ਜੀ। ਸਿਨੇਮਾ ਨੇ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਖੜੀ ਕੀਤੀ ਹੈ ਜਿਨ੍ਹਾਂ ਦੀ ਇੱਕ ਮਾਈਂਡ ਸੈਟ ਹੈ। ਸੋ ਅਸੀਂ ਇਸ ਟੂਲ ਨੂੰ ਅਬੈਂਡਨ ਤੇ ਛੱਡਣਾ ਨਹੀਂ ਸਿਨੇਮਾ ਨੂੰ। ਅਸੀਂ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦਾ ਜਿਹੜਾ ਦਰਦ ਹੈ, ਪੰਜਾਬ ਦੀ ਜਿਹੜੀ ਇੱਕ ਸਾਈਕੋਲੋਜੀ ਹੈ ਇੱਕ ਡਿਫਰੈਂਟ ਦੂਜਿਆਂ ਨਾਲੋਂ, ਉਹਨੂੰ ਰੀਪ੍ਰਜੈਂਟ ਕੀਤਾ ਜਾਵੇ, ਉਹਨੂੰ ਸਿਨੇਮੇ ਦੇ ਵਿੱਚ ਰੀਪ੍ਰਜੈਂਟ ਕੀਤਾ ਜਾਵੇ, ਉਹਨੂੰ ਕਮਰਸ਼ੀਅਲਾਈਜੇਸ਼ਨ ਵੀ ਜਿਹੜੀ ਉਹਦੀ ਹੈ ਪੋਜ਼ੀਟਿਵਲੀ ਹੋਵੇ। ਕਿਉਂਕਿ ਜਦੋਂ ਤੁਸੀਂ ਚੰਗੀ ਤਰ੍ਹਾਂ ਕਿਸੇ ਪ੍ਰੋਜੈਕਟ 'ਤੇ ਕੰਮ ਕਰੋਗੇ ਤੇ ਚੰਗੀ ਤਰ੍ਹਾਂ ਸਕ੍ਰਿਪਟਸ 'ਤੇ ਕੰਮ ਕਰੋਗੇ ਤਾਂ ਲਾਜ਼ਮ ਜੀ ਗੱਲ ਹੈ ਵੀ ਟੇਸਟ ਵੀ ਡਿਵੈਲਪ ਹੋਊਗਾ ਨਾ ਲੋਕਾਂ ਦਾ। ਪਹਿਲੀ ਵਾਰ ਤੁਸੀਂ ਕੋਈ ਖਾਣਾ ਖਾਂਦੇ ਤੁਹਾਨੂੰ ਨਹੀਂ ਚੰਗਾ ਲੱਗਦਾ, ਹੌਲੀ ਹੌਲੀ ਉਹ ਚੀਜ਼ ਚੰਗੀ ਲੱਗਣ ਲੱਗ ਪੈਂਦੀ ਹੈ ਜੀ। ਸੋ ਜਿਹੜਾ ਪੰਜਾਬ ਦੇ ਵਿੱਚ ਬੈਂਕਰਪਸੀ ਜੀ ਇੱਕ ਕਿਸਮ ਦੀ ਆ ਗਈ ਹੈ ਵੀ ਮਤਲਬ ਜੋ ਵੀ ਮਤਲਬ ਉਹ ਸਿਰਫ 2-4 ਕਮੇਡੀ ਚੀਜ਼ਾਂ ਦੇ ਉੱਤੇ ਸਾਰਾ ਕੁਝ ਚੱਲ ਰਿਹਾ, ਇਹਨੂੰ ਬਦਲਣ ਦੀ ਲੋੜ ਹੈ। ਇਹ ਬਹੁਤਾ ਸਮਾਂ ਚੱਲਣਾ ਨਹੀਂ। ਸੀਰੀਅਸਨੈਸ ਜਿਹੜੀ ਹੈ ਨੌਜਵਾਨਾਂ ਦੇ ਵਿੱਚ ਹੈਗੀ ਹੈ, ਉਹ ਕੰਟੈਂਟ ਉਹਨਾਂ ਨੂੰ ਪ੍ਰੋਵਾਈਡ ਕਰਨਾ ਪੈਣਾ, ਸਮੇਂ ਦੀ ਲੋੜ ਬਣ ਜਾਣੀ ਹੈ। ਪਰ ਉਹਦੇ 'ਚ ਵੀ ਅਸੀਂ ਮੋਨੀਟਰ ਜ਼ਰੂਰ ਕਰਾਂਗੇ ਵੀ ਕਿਹੜਾ, ਕਿਉਂਕਿ ਦੇਖੋ ਮੀਡੀਆ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਵੀ ਬਣਦਾ ਹੈ, ਜਿਹੜਾ ਸਿਨੇਮਾ ਤੇ ਮੀਡੀਆ ਜੀ। ਅਸੀਂ ਇਹ ਟੂਲ ਨੂੰ ਆਪਣੇ ਹੱਥ 'ਚੋਂ ਬਾਹਰ ਨਹੀਂ ਜਾਣ ਦੇਣਾ, ਕਿਉਂਕਿ ਇਸੇ ਟੂਲ ਦੀ ਵਰਤੋਂ ਕਰਕੇ ਸਾਡੇ ਪਹਿਲਾਂ ਜੈਨੋਸਾਈਡ ਹੋਏ ਆ। ਤੁਹਾਨੂੰ ਪਤਾ ਹੈ ਰਵਾਂਡਾ ਦੇ ਵਿੱਚ ਰੇਡੀਓ ਨੇ ਕਿੰਨਾ ਕੁਛ ਕਰਾ ਦਿੱਤਾ ਸੀ। ਸੋ ਜਦੋਂ ਇਹ ਚੀਜ਼ਾਂ ਕਮਰਸ਼ੀਅਲਾਈਜੇਸ਼ਨ 'ਚ ਆ ਕੇ ਫਸ ਕੇ ਮੈਜੋਰਿਟੀ ਨੂੰ ਫੇਵਰ, ਕਿਉਂਕਿ ਕਮਰਸ਼ੀਅਲਾਈਜੇਸ਼ਨ ਦਾ ਸਿਸਟਮ ਇੱਦਾਂ ਹੈ, ਉਹਨਾਂ ਮੈਜੋਰਿਟੀ ਨੂੰ ਫੇਵਰ ਕਰਨਾ ਹੈ ਜੀ। ਇੱਕ ਪਾਸੇ 100 ਬੰਦਾ ਖਰੀਦਣ ਵਾਲਾ, ਇੱਕ ਪਾਸੇ 2 ਨੇ। ਹੁਣ ਉਹਨਾਂ ਦੇ 100 ਬੰਦੇ ਨੂੰ ਵੇਚਣ ਵਾਲੀ ਚੀਜ਼ ਪ੍ਰਮੋਟ ਕਰਨੀ ਹੈ ਨਾ। ਸੋ ਇਸ ਕਰਕੇ ਪੰਜਾਬ ਦੇ ਮੀਡੀਆ ਨੂੰ ਪੰਜਾਬ ਸੈਂਟਰਿਕ ਹੋਣਾ ਪੈਣਾ। ਪਰ ਤੁਹਾਨੂੰ ਲੱਗਦਾ ਵੀ ਜਿਹੜੀਆਂ ਮੈਂ ਕੁਛ, ਚਲੋ ਮੈਂ ਫਿਲਮਾਂ ਦਾ ਨਾਮ ਨਹੀਂ ਲਊਂਗਾ, ਕੁਛ ਕੁ ਜਿਹੜੀਆਂ ਚੀਜ਼ਾਂ ਆ ਰਹੀਆਂ ਜਾਂ ਕੁਛ ਕੁ ਜਿਹੜੇ ਡਾਇਲੌਗ ਹੁੰਦੇ ਆ, ਮੁੰਡੇ ਕੁੜੀ ਦਿਖਾਇਆ ਜਾਂਦਾ ਜਾਂ ਕੁਛ ਵੀ ਚੀਜ਼ਾਂ ਦਿਖਾਇਆ ਜਾਂਦਾ, ਚਲੋ ਇੱਕ ਅਲੱਗ ਚੀਜ਼ ਆ, ਬਹੁਤ ਸਾਰਾ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਬਹੁਤ ਚੀਜ਼ਾਂ। ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ ਇੱਥੇ ਗਲਤ ਹੋਈ ਹੈ, ਤੁਸੀਂ ਵਾਰਤਾਲਾਪ ਕਰੋਗੇ ਆਪਦੇ ਵੱਲੋਂ ਜਾਂ ਜਾਓਗੇ ਜਾਂ ਜਥੇਬੰਦੀ ਦੇ ਕੁਝ ਲੋਕ ਭੇਜੋਗੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਿਨ ਪੁਆਇੰਟ ਕਰੋਗੇ ਉਹਨਾਂ ਨੂੰ ਕਿ ਨਹੀਂ? ਨਹੀਂ, ਅਸੀਂ ਇੱਕ ਕਮੇਟੀ ਬਣਾਵਾਂਗੇ ਜਿਹੜੀ ਵਾਚ ਕਰੂਗੀ, ਜਿਹੜੇ ਐਕਸਪਰਟ ਬੰਦੇ ਹੋਣਗੇ। ਕਈ ਵਾਰ ਸੁਣ ਮੈਂ ਕਹੀ ਜਾਵਾਂ ਵੀ ਮੈਂ ਹਰ ਚੀਜ਼ 'ਚ ਐਕਸਪਰਟ ਹਾਂ, ਇਹ ਤਾਂ ਪੋਸੀਬਲ ਨਹੀਂ ਹੈਗਾ। ਸੋ ਉਹ ਲੋਕ ਵੇਖਣਗੇ ਵੀ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਕਿਹੜੀ ਚੀਜ਼ ਹੈ ਤੇ ਪੰਜਾਬ ਦੇ ਕਲਚਰ ਦੇ ਉਲਟ ਇੱਕ ਕਲਚਰ ਖੜਾ ਐਸਟੈਬਲਿਸ਼ ਕਿਹੜੀ ਚੀਜ਼ ਕਰ ਰਹੀ ਹੈ। ਉਹਦੇ ਉੱਤੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਅਸੀਂ। ਜੇ ਕਿਸੇ ਨਾਲ ਗੱਲਬਾਤ ਨਾਲ ਗੱਲ ਨਿਬੜਦੀ ਹੈ ਠੀਕ ਹੈ, ਜੇ ਨਹੀਂ ਨਿਬੜਦੀ ਤਾਂ ਫਿਰ ਤੇ ਸਾਨੂੰ ਉਹਨਾਂ ਨੂੰ ਹੋਰ ਤਰੀਕੇ ਨਾਲ ਵੀ ਅਪਰੋਚ ਕਰਨਾ ਪਊਗਾ। ਸਾਨੂੰ ਮਤਲਬ ਇਹ ਹੈ ਵੀ ਅਸੀਂ ਡਾਇਲੌਗ ਨੂੰ ਪ੍ਰੈਫਰੈਂਸ ਦਿੰਦੇ ਹਾਂ ਹਮੇਸ਼ਾ ਹੀ। ਕੋਈ ਵੀ ਬੰਦਾ, ਮੈਂ ਤੇ ਇੱਥੋਂ ਤੱਕ ਲੈਫਟ ਨੂੰ ਰਾਈਟ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਵੀ ਆਓ ਬੈਠੋ। ਤੁਸੀਂ ਲੈਫਟ ਦੀ ਗੱਲ ਕੀਤੀ ਹੈ, ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਭਗਤ ਸਿੰਘ ਵਾਲਾ ਜਾਂ ਕੁਛ ਵੀ ਕਾਮਰੇਡ ਵਰਸਸ ਸਿੱਖ, ਜਾਂ ਅੱਜ ਦੀ ਜਵਾਨੀ ਨੇ ਜਾਂ ਬਹੁਤਿਆਂ 'ਚੋਂ ਅਸੀਂ ਵੀ ਸ਼ਾਇਦ ਮੈਂ ਵੀ ਉਹਨਾਂ 'ਚ ਹੋਵਾਂ, ਕਿਸਾਨੀ ਅੰਦੋਲਨ 'ਚ ਜਦੋਂ ਅਸੀਂ ਗਏ ਹਾਂ ਅਸੀਂ ਉਹ ਚੀਜ਼ ਬੜੇ ਵੱਡੇ ਉਭਾਰ ਨਾਲ ਦੇਖੀ। ਇਸ ਚੀਜ਼ ਨੂੰ ਕਿਵੇਂ ਤੁਸੀਂ ਦੇਖਦੇ ਹੋ ਜਾਂ ਕਿਵੇਂ ਤੁਸੀਂ ਜਿਹੜੇ ਨੌਜਵਾਨ ਆ ਉਹਨਾਂ ਦੇ ਦਿਮਾਗ ਦੇ ਵਿੱਚੋਂ ਦੂਰ ਕਰੋਗੇ ਵੀ ਇਹ ਕੀ ਜਿਹੜੀ ਚੀਜ਼ ਖੜੀ ਕੀਤੀ ਵੀ ਹੈ, ਕਿਹਦੇ ਵੱਲੋਂ ਖੜੀ ਕੀਤੀ ਵੀ ਹੈ ਕੀ ਆ ਕਾਮਰੇਡ ਵਰਸਸ ਸਿੱਖ? ਨਹੀਂ ਦੇਖੋ, ਜਿਹੜੀ ਮਾਰਕਸਿਜ਼ਮ ਦਾ ਆਈਡੀਆ ਹੈ, ਕਾਮਰੇਡ ਆਈਡੀਆ ਜਿਹੜਾ, ਉਹ ਆਈਡੀਆ ਇਹ ਗੱਲ ਕਹਿੰਦਾ ਹੈ ਵੀ ਦੁਨੀਆ ਦੇ ਉੱਤੇ ਜਿਹੜਾ ਧਰਮ ਹੈ ਉਹ ਈਵਲ ਹੈ। ਉਹਦੀ ਬੇਸਿਕ ਫਾਊਂਡੇਸ਼ਨ ਇਹ ਹੈ ਜੀ। ਉਹ ਜਿੱਥੇ ਉਹਨਾਂ ਇਹ ਗੱਲ ਕਹੀ ਸੀ ਉੱਥੇ ਪੋਸੀਬਿਲਿਟੀ ਹੋ ਸਕਦੀ ਹੈ ਕ੍ਰਿਸਚੈਨਿਟੀ ਦਾ ਪ੍ਰਭਾਵ ਸੀ, ਚਰਚ ਕਰਪਟ ਹੋ ਗਿਆ ਜੀ। ਉਹਨੂੰ ਕਾਪੀ ਪੇਸਟ ਕਰਕੇ ਪੰਜਾਬ 'ਚ ਲਾਗੂ ਕਰਨਾ ਇਹ ਬਲੰਡਰ ਸੀ ਬਹੁਤ ਵੱਡਾ। ਪੰਜਾਬ ਦੇ ਹੱਕਾਂ ਲਈ ਜਿਹੜੇ ਨੌਜਵਾਨ ਸੰਘਰਸ਼ ਕਰਦੇ ਸੀ,
ਕਮਿਊਨਿਸਟ ਧਿਰਾਂ ਉਹਨਾਂ ਦੇ ਖਿਲਾਫ ਖੜੀਆਂ ਹੋਈਆਂ ਜੀ। ਦੂਜੇ ਪਾਸੇ ਉਹੀ ਧਿਰਾਂ ਆਮ ਸਟਰਗਲ ਵੀ ਸਪੋਰਟ ਕਰਦੀਆਂ ਮਾਓਵਾਦੀਆਂ ਦੀਆਂ। ਸੋ ਇਸ ਕਰਕੇ ਮੋਰਚੇ ਦੇ ਵਿੱਚ ਉਗਰਾਹਾਂ ਜਥੇਬੰਦੀ ਨੇ ਜਦੋਂ ਪੋਸਟਰ ਫੜੇ ਨੇ ਆਪਣੇ ਪ੍ਰਿਜ਼ਨਰਸ ਦੇ ਉਹਨਾਂ 'ਚ ਇੱਕ ਵੀ ਸਿੱਖ ਬੰਦਾ ਨਹੀਂ, ਪੰਜਾਬ ਦੀ ਜਥੇਬੰਦੀ ਹੈ। ਇੱਥੋਂ ਤੱਕ ਵੀ ਪੰਜਾਬ ਦਾ ਕੋਈ ਵੀ ਲੈਫਟ ਇੰਟੈਲੈਕਚੁਅਲ ਜੇਲ੍ਹ 'ਚ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਸਟੇਟ ਨੂੰ ਇਹਨਾਂ ਤੋਂ ਕੋਈ ਥ੍ਰੈਟ ਨਹੀਂ। ਤੁਹਾਨੂੰ ਲੱਗਦਾ ਵੀ ਪੰਜਾਬ ਆ ਜਿਹੜਾ ਉਹਨੂੰ ਬਾਕੀ ਸਟੇਟਾਂ ਨਾਲੋਂ ਬਿਲਕੁਲ ਹੀ ਅਲੱਗ ਦੇਖਿਆ ਜਾਂਦਾ ਹਰ ਵੱਲੋਂ? ਨਹੀਂ, ਇਹ ਇੱਕ ਰੀਜ਼ਨ ਵੀ ਹੈ ਇਹਨਾਂ ਦੇ ਪਿੱਛੇ। ਪੰਜਾਬ ਕਲਚਰਲੀ ਬਹੁਤ ਜ਼ਿਆਦਾ ਡਿਪਾਰਚਰ ਕਰ ਗਿਆ ਦੂਜੀਆਂ ਸਟੇਟਾਂ ਨੂੰ। ਇੱਕ ਤੇ ਹੁੰਦਾ ਨਾ ਵੀ ਥੋੜਾ ਬਹੁਤਾ ਫਰਕ ਹੋਣਾ, ਇੱਕ ਹੁੰਦਾ ਵੀ ਆਪੋਜ਼ਿਟ ਜਾ ਕੇ ਖੜੇ ਹੋ ਜਾਣਾ। ਇੱਥੇ ਹਰਾਰਕੀਸ ਚੇਂਜ ਹੋ ਗਈਆਂ ਗੁਰੂ ਸਾਹਿਬ ਦੇ ਆਉਣ ਤੋਂ ਬਾਅਦ 'ਚ, ਕਲਚਰ ਚੇਂਜ ਹੋ ਗਿਆ, ਰਹਿਣ ਸਹਿਣ ਦੇ ਤਰੀਕੇ ਬਦਲ ਗਏ, ਲੋਕਾਂ ਦਾ ਮਤਲਬ ਇੱਕ ਕਿਸਮ ਦਾ ਉਹਨਾਂ ਦਾ ਕਾਇਆ ਕਲਪ ਹੋ ਗਿਆ ਲੋਕਾਂ ਦਾ। ਸੋ ਜਦੋਂ ਹੁਣ ਇਹੋ ਹੀ ਤਾਂ ਸਾਡਾ ਕਨਫਲਿਕਟ ਹੈ ਦੂਜੀਆਂ ਸਟੇਟਾਂ ਨਾਲ। ਉਹ ਚਾਹੁੰਦੇ ਨੇ ਵੀ ਤੁਸੀਂ ਉਹ ਬਣੋ ਜਿਹੜੇ 500 ਸਾਲ ਪਹਿਲਾਂ ਸੀ, ਅਸੀਂ ਨਹੀਂ ਬਣ ਸਕਦੇ। ਸੋ ਇਹ ਕਨਫਲਿਕਟ ਇਹੋ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ। ਮੌਜੂਦਾ ਜਿਹੜੀ ਸੱਤਾਧਰ ਪਾਰਟੀ ਆ ਆਮ ਆਦਮੀ ਪਾਰਟੀ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਨਾ ਸੈਕੂਲਰਿਜ਼ਮ ਦੀ ਜਿਹੜੀ ਰਾਜਨੀਤੀ ਸੀ ਉਹਦੀ ਪੀਕ ਸੀ। ਮਤਲਬ ਇਹ ਇੱਕ ਮੂਵਮੈਂਟ ਉੱਠੀ ਵੀ ਲੋਕਾਂ ਨੂੰ ਲੱਗਾ ਵੀ ਸਾਰੇ ਪਾਸਿਆਂ ਤੋਂ ਨਾ ਇੱਕ ਵਾਰੀ ਬਦਲਾਅ ਨੂੰ ਮੌਕਾ ਦੇ ਦਿਓ। ਵੀ ਇਹ ਲੋਕ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਓਨੈਸਟ ਆ। ਪਰ ਗੱਲ ਇਹ ਆ ਸਟਰਕਚਰਲ ਚੇਂਜਸ ਦੀ ਗੱਲ ਹੋਣੀ ਚਾਹੀਦੀ ਹੈ। ਜਿਹੜੇ ਉਸੇ ਸਟਰਕਚਰ ਤੇ ਆਣ ਕੇ ਇਹ ਬੈਠ ਕੇ ਬਿਨਾਂ ਕਿਸੇ ਆਈਡੀਓਲੋਜੀਕਲ ਚੇਂਜ ਦੇ, ਹੁਣ ਦੇਖੋ ਇਹੋ ਹੀ ਇਹ ਸਭ ਤੋਂ ਵੱਡੇ ਰਾਸ਼ਟਰਵਾਦੀ ਬਣ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ। ਇਹਨਾਂ ਦੀ ਨੈਸ਼ਨਲ ਪਾਰਟੀ ਦੇਖੋ, ਉਹ ਕਹਿੰਦੇ ਵੀ ਮੋਦੀ ਘੱਟ ਰਾਸ਼ਟਰਵਾਦੀ, ਅਸੀਂ ਜ਼ਿਆਦਾ। ਹੁਣ ਉਹ ਰਾਸ਼ਟਰਵਾਦ ਨੇ ਸਾਡਾ ਘਾਣ ਕੀਤਾ। ਰਾਸ਼ਟਰਵਾਦ ਦੀ ਇੱਕ ਭਾਵਨਾ ਸੀ ਨਾ ਜਿਹੜੀ ਸਿੱਖਾਂ ਨੂੰ ਅਸਿਮੀਲੇਟ ਕਰਨਾ ਚਾਹੁੰਦੀ ਸੀ ਵੀ ਤੁਸੀਂ ਸਾਡੇ ਵਰਗੇ ਬਣ ਜਾਓ। ਡਾਇਵਰਸਿਟੀ ਦੀ ਰਿਸਪੈਕਟ ਤਾਂ ਇੰਡੀਆ ਨੇ ਕੀਤੀ ਨਹੀਂ ਕਦੇ ਵੀ। ਸੋ ਮੇਰੇ ਖਿਆਲ ਦੇ ਨਾਲ ਇਹ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਈਵਲ ਪਾਰਟੀ ਸਾਬਤ ਹੋਊਗੀ ਪੰਜਾਬ ਦੇ ਵਾਸਤੇ। ਕਾਂਗਰਸ ਨਾਲੋਂ ਵੀ ਜ਼ਿਆਦਾ? ਕਾਂਗਰਸ ਨਾਲੋਂ ਵੀ ਜ਼ਿਆਦਾ, ਕਿਉਂਕਿ ਕਾਂਗਰਸ ਜਿਹੜੀ ਆ ਉਹਨੇ ਤੇ ਸਭ ਕੁਝ ਕੀਤਾ। ਇਹ ਕਾਂਗਰਸ ਦਾ ਹੀ ਬਦਲ ਬਣ ਰਹੇ ਨੇ ਨਾ। ਮੈਂ ਸਵਾਲ ਤਾਂ ਕੀਤਾ ਹੈਗਾ ਕਿਉਂਕਿ ਲੋਕ ਕਹਿੰਦੇ ਨੇ ਵੀ ਮੁੱਖ ਮੰਤਰੀ ਬਿਆਨ ਸਿੰਘ ਨੇ ਬੜਾ ਕੁਝ ਕਰਵਾਇਆ ਸੀਗਾ, ਉਦੋਂ ਬਾਅਦ ਫਿਰ ਉਹਨਾਂ ਨੂੰ 2 ਵਾਰੀ ਰਾਜ ਸੱਤਾ ਦੇਤੀ ਤੇ ਇਹਨਾਂ ਨੂੰ ਵੀ ਨਾ ਦੇ ਦੇਣ ਲੋਕ। ਨਹੀਂ ਦੇਖੋ, ਰਾਜ ਸੱਤਾ ਪੰਜਾਬ 'ਚ ਬੜਾ ਡਿਫਰੈਂਟ ਤਰੀਕੇ ਨਾਲ ਚੱਲਦਾ। ਤੁਹਾਨੂੰ ਵੀ ਇਸ ਗੱਲ ਦਾ ਪਤਾ ਵੀ ਪੰਜਾਬ ਦੀ ਪੋਲੀਟਿਕਸ ਜਿਹੜੀ ਹੈ ਨਾ ਉਹ ਡਿਫਰੈਂਟਲੀ ਆਪਰੇਟ ਕਰਦੀ ਹੈ। ਇੱਥੇ ਬੰਦਿਆਂ ਨੂੰ ਵੀ ਵੋਟ ਪੈ ਜਾਂਦੀ ਹੈ। ਆਮ ਆਦਮੀ ਪਾਰਟੀ ਨੂੰ ਨਹੀਂ ਪਈ, ਯਾਰ ਭਗਵੰਤ ਮਾਨ ਨੂੰ ਪੈ ਗਈ ਹੈ। ਆਮ ਆਦਮੀ ਪਾਰਟੀ ਦਾਅਵਾ ਹੀ ਨਹੀਂ ਕਰ ਸਕਦੀ ਵੀ ਇਹ ਵੋਟਾਂ ਭਗਵੰਤ ਮਾਨ ਨੂੰ ਨਹੀਂ ਪਈਆਂ, ਸਾਨੂੰ ਪਈਆਂ ਨੇ। ਇੱਥੇ ਕਿੱਡਾ ਵੱਡਾ ਮਸਲਾ ਬਣ ਗਿਆ ਜਦੋਂ ਉਹਨੂੰ ਨਾਂ ਨਹੀਂ ਸੀ ਅਨਾਉਂਸ ਕਰਦੇ ਭਗਵੰਤ ਮਾਨ ਦਾ। ਸੋ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਪੰਜਾਬ ਦੀ ਪੋਲੀਟਿਕਸ ਜਿਹੜੀ ਹੈ ਨਾ ਬਹੁਤੇ ਬੰਦੇ ਸਮਝਦੇ ਨੇ, ਉਹ ਬਾਈਨਰੀ ਦੇਖਦੇ ਨੇ, ਪੂਰੇ ਆਲ ਇੰਡੀਆ ਦੀ ਬਾਈਨਰੀ ਦੇ ਵਿੱਚੋਂ ਉਹਨੂੰ ਦੇਖਦੇ ਨੇ। ਸਾਨੂੰ ਜਿਹੜਾ ਵਿਜ਼ਨ ਹੈ ਪੰਜਾਬ ਦੀ ਪੋਲੀਟਿਕਸ ਨੂੰ ਵੇਖਣ ਦਾ ਉਹ ਰੱਖਣਾ ਚਾਹੀਦਾ ਪੰਜਾਬ ਸੈਂਟਰਿਕ। ਫਿਰ ਸਾਨੂੰ ਸਮਝ ਆਉਂਦੀ ਇਹ ਪਾਰਟੀ ਅਸਲ ਦੇ ਵਿੱਚ ਇਹਨਾਂ ਕੋਲ ਕੋਈ ਐਥਿਕਸ ਨਹੀਂ ਤੇ ਕੋਈ ਮੋਰਲ ਨਹੀਂ। ਤੁਸੀਂ ਦੇਖੋ ਇਹਨਾਂ ਦੇ ਬੰਦੇ ਕਰਦੇ ਕੀ ਫਿਰਦੇ ਨੇ, ਸਾਰੇ ਹੀ ਪਾਸੇ ਇਹਨਾਂ ਨੇ ਮਤਲਬ ਕਰਪਸ਼ਨ ਵੀ ਲੋੜ ਤੋਂ ਵੱਧ ਗਈ ਹੈ। ਫਿਰ ਜਿਹੜੀਆਂ ਗੱਲਾਂ ਕਰਕੇ ਆਏ ਸੀ ਉਹ ਪੂਰੀਆਂ ਨਹੀਂ ਹੋਈਆਂ। ਉਹ ਤੋਂ ਉਲਟਾ ਇਹਦਾ ਰਿਜ਼ਲਟ ਸੀ ਵੀ ਜਿਹੜਾ ਮੈਂਡੇਟ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਜੀ, ਤੁਸੀਂ ਇਹ ਹੈਰਾਨਗੀ ਦੀ ਗੱਲ ਹੈ ਵੀ 3 ਮਹੀਨੇ ਬਾਅਦ ਇੱਕ ਪਾਰਟੀ ਜਿਹੜੀ ਬਹੁਤ ਮੈਜੋਰਿਟੀ ਨਾਲ ਜਿੱਤੀ ਹੋਵੇ, ਮੈਜੋਰਿਟੀ ਵੋਟ ਸ਼ੇਅਰ ਨਾਲ, 3 ਮਹੀਨੇ ਬਾਅਦ ਆਪਣੀ ਛੜੀ ਸੀਟ ਹਾਰ ਜੇ। ਜਿਹੜੀ ਪੋਲੀਟੀਕਲ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਨੌਜਵਾਨ ਸਾਹਮਣੇ ਬੈਠੇ ਇਹਨਾਂ ਨੂੰ ਤੁਸੀਂ ਦੱਸੋਗੇ? ਨਹੀਂ ਦੇਖੋ, ਸਾਡੀ ਡਿਸਕਸ਼ਨ ਇਹੋ ਹੀ ਚੱਲਦੀ ਹੈ ਵੀ ਪੋਲੀਟਿਕਸ ਬੜਾ ਗੁੰਝਲਦਾਰ ਮਸਲਾ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਮੇਰੀ ਪੀਰੀ ਸਮਝਣਾ ਇਹਨੂੰ। ਰਾਜਨੀਤੀ ਜਿਹੜੀ ਹੈ ਨਾ, ਰਾਜਨੀਤੀ ਕਦੇ ਵੀ ਸਿਖਾਲੀ ਨਹੀਂ ਹੋਈ। ਇਹ ਰਾਜਨੀਤੀ ਕੋਈ ਮਤਲਬ ਜਿਹੜਾ ਨਾ ਇਹ ਕੋਈ ਐਸੀ ਚੀਜ਼ ਨਹੀਂ ਵੀ ਜਿਹੜੀ ਤੁਹਾਨੂੰ 5 ਮਿੰਟਾਂ 'ਚ ਸਮਝ ਆ ਜੇ। ਇਹ ਪਲ ਪਲ ਬਦਲਦੀ ਹੈ। ਜੇ ਤੁਸੀਂ ਇਹਦੇ ਨਾਲ ਅਪਡੇਟ ਨਹੀਂ ਤੋਂ ਅੱਗੇ ਨਹੀਂ ਜਾਂਦੇ ਤਾਂ ਤੁਸੀਂ ਰਾਜਨੀਤੀ 'ਚ ਕਦੇ ਸਫਲ ਨਹੀਂ ਹੋ ਸਕਦੇ। ਤੁਹਾਨੂੰ ਲੱਗਦਾ ਵੀ ਹੋ ਜੂ ਸਾਰਾ ਕੁਝ ਸਹੀ? ਦੇਖੋ, ਮਹਾਰਾਜ ਦੇ ਹੱਥ ਵੱਸ ਹੈ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਵੀ ਸਾਡਾ ਕੰਮ ਹੈ ਸੰਘਰਸ਼ ਕਰਨਾ। ਸੰਘਰਸ਼ ਨੂੰ ਫਲ ਪੈਣਾ ਨਹੀਂ ਪੈਣਾ ਇਹ ਮਹਾਰਾਜ ਦੇ ਹੱਥ ਵੱਸ ਹੈ। ਸੋ ਇਹ ਜਿਹੜੇ ਕੌਮ ਸੰਘਰਸ਼ ਕਰਨਾ ਜਾਰੀ ਰੱਖਦੀ ਹੈ ਉਹਨੂੰ ਇੱਕ ਦਿਨ ਨਾ ਇੱਕ ਦਿਨ ਫਲ ਜ਼ਰੂਰ ਮਿਲਦਾ। ਤੁਸੀਂ ਵਾਪਸ ਤਾਂ ਨਹੀਂ ਜਾਓਗੇ? ਨਹੀਂ, ਹਾਲ ਦੀ ਘੜੀ ਕੋਈ ਵਾਪਸ ਜਾਣ ਦਾ ਕੋਈ ਮਨ ਦੇ ਵਿੱਚ ਵਿਚਾਰ ਵੀ ਨਹੀਂ? ਨਹੀਂ, ਵਿਚਾਰ ਦੇਖੋ ਪੰਜਾਬ ਦੀ ਜਿਹੜੀ ਹਾਲਤ ਹੈ ਇਹਨੂੰ ਛੱਡ ਕੇ ਵਾਪਸ ਨਹੀਂ ਜਾਇਆ ਜਾ ਸਕਦਾ। ਤੁਸੀਂ ਤਿਆਰ ਹੋ ਸਭ ਕਾਸੇ ਲਈ? ਤਿਆਰੀ ਕਰਕੇ ਹੀ ਇੱਥੇ ਪੈਰ ਰੱਖਣਾ ਪੈਂਦਾ। ਬਿਨਾਂ ਤਿਆਰੀ ਤੋਂ ਤੁਸੀਂ ਇੱਥੇ ਆਓਗੇ ਤੇ ਉਹਦਾ ਕੋਈ ਮਤਲਬ ਫਾਇਦਾ ਨਹੀਂ ਹੈਗਾ। ਜਿਹੜਾ ਗੈਂਗਸਟਰ ਕਲਚਰ ਆ ਪੰਜਾਬ ਦੇ, ਜੇ ਅਸੀਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ, ਕਾਲਜਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਉਹ ਚੰਡੀਗੜ੍ਹ ਵਾਲੇ ਸਿਸਟਮ ਦੀ ਗੱਲ ਕਰਦੇ ਹਾਂ ਜਿੱਥੇ ਸੈਕਟਰ ਸਿਸਟਮ ਚੱਲਦਾ, ਸਾਰਿਆਂ ਨੇ ਲਾਈਨ 'ਚ ਹੀ ਚੱਲਣਾ ਗਾ, ਸਾਰਿਆਂ ਨੇ ਇੱਥੇ ਹੀ ਖੜਨਾ ਗਾ, ਇੱਥੋਂ ਹੀ ਚੱਲਣਾ। ਕੀ ਲੱਗਦਾ ਗੈਂਗਸਟਰ ਕਲਚਰ ਬਾਰੇ, ਕੀ ਸੋਚਦੇ ਹੋ ਤੁਸੀਂ? ਨਹੀਂ ਦੇਖੋ, ਉਹ ਵੀ ਨਾ ਜਦੋਂ ਆਪਾਂ ਦੇਖਦੇ ਹਾਂ ਨੌਜਵਾਨਾਂ ਨੂੰ, ਜਦੋਂ ਗੈਂਗਸਟਰ ਕਲਚਰ ਦੀ ਆਪਾਂ ਗੱਲ ਕਰਦੇ ਹਾਂ ਤੇ ਗੈਂਗਸਟਰ ਕਲਚਰ ਪੰਜਾਬ 'ਤੇ ਇਕੱਲਾ ਹੈ ਨਹੀਂ ਜੀ, ਪਰ ਪੰਜਾਬ ਦੀ ਪ੍ਰੋਬਲਮ ਨੂੰ ਉਭਾਰਿਆ ਬਹੁਤ ਜਾਂਦਾ ਹੈ। ਤੁਹਾਨੂੰ ਲੱਗਦਾ ਪੰਜਾਬ ਲਈ ਇੱਕ ਸਕ੍ਰਿਪਟ ਲਿਖੀ ਗਈ ਹੈ ਗੈਂਗਸਟਰ ਕਲਚਰ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਐਂਟਰ ਹੋਇਆ? ਬਿਲਕੁਲ। ਦੇਖੋ, ਇਹ ਸਕ੍ਰਿਪਟ ਕਿੱਦਾਂ ਲਿਖੀ ਗਈ ਹੈ, ਤੁਸੀਂ ਯੂਪੀ ਚਲ ਜਾਓ, ਤੁਹਾਨੂੰ 10 ਗੁਣਾ ਜ਼ਿਆਦਾ ਗੈਂਗਸਟਰ ਮਿਲਣਗੇ, 20 ਗੁਣਾ ਜ਼ਿਆਦਾ, ਪਰ ਕੋਈ ਬੰਦਾ ਉਹਨਾਂ ਨੂੰ ਇਸ ਗੱਲ ਦੇ ਉੱਤੇ ਡਿਸਕ੍ਰਿਮੀਨੇਟ ਨਹੀਂ ਕਰਦਾ ਜਾਂ ਉਹਨਾਂ ਦੀ ਇੱਕ ਇਮੇਜ ਨਹੀਂ ਬਣਾਉਂਦਾ। ਇੱਥੇ ਤੇ ਪਿੱਛੇ ਜੇ ਇੱਕ ਆਰਟੀਕਲ ਛਪਿਆ ਕਿ ਪੰਜਾਬ 'ਚ ਗਨ ਪੋਜੀਸ਼ਨ ਬਹੁਤ ਜ਼ਿਆਦਾ ਹੈ,
ਉਹਨੂੰ ਇੱਕ ਗੱਲ ਨੁਕਤੇ ਦੀ ਉਹ ਭੁੱਲ ਜਾਂਦੇ ਆ ਵੀ ਗਨ ਵਾਇਲੈਂਸ ਪੰਜਾਬ 'ਚ ਘੱਟ ਹੈ ਸਾਰਿਆਂ ਨੂੰ। ਗਨ ਹੋਣੀ ਕੋਲ ਇਹ ਕ੍ਰਾਈਮ ਨਹੀਂ ਹੈਗਾ, ਗਨ ਦੀ ਦੁਰਵਰਤੋਂ ਹੋਣੀ ਕ੍ਰਾਈਮ ਹੈ। ਸੋ ਗਨ ਪੋਜੈਸ਼ਨ ਪੰਜਾਬ ਦੇ ਵਿੱਚ ਉਹਨੂੰ ਵੀ ਕ੍ਰਾਈਮ ਬਣਾ ਕੇ ਪੇਸ਼ ਕੀਤਾ ਇਹਨਾਂ ਨੇ, ਜਿਹੜਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਸ਼ਸਤਰ ਜਿਹੜੇ ਆ ਉਹ ਜ਼ਰੂਰੀ ਹੈ, ਸਾਡਾ ਇੱਕ ਪ੍ਰੇਮ ਹੈ, ਸਾਡੀ ਸ਼ਸਤਰਾਂ ਨਾਲ ਜਿਹੜੀ ਫੈਸੀਨੇਸ਼ਨ ਹੈ ਉਹਨੂੰ ਇੰਡੀਆ ਦੇ ਬੰਦੇ ਨਹੀਂ ਸਮਝ ਸਕਦੇ ਪੰਜਾਬ ਤੋਂ ਬਾਹਰ ਦੇ। ਸੋ ਜਦੋਂ ਉਹ ਸਾਡੇ ਤੇ ਰਾਜ ਕਰਦੇ ਨੇ, ਉਹ ਉਮੀਦ ਕਰਦੇ ਨੇ ਵੀ ਅਸੀਂ ਉੱਦਾਂ ਬਿਹੇਵ ਕਰੀਏ ਜਿੱਦਾਂ ਉਹ ਕਰਦੇ ਨੇ। ਉਹ ਛੱਡ ਸਕਦੇ ਨੇ ਸਵੇਰੇ ਸ਼ਸਤਰ ਛੱਡ ਦੇਣ, ਸਾਡਾ ਤਾਂ ਧਾਰਮਿਕ ਅੰਗ ਹੈ, ਅਸੀਂ ਨਹੀਂ ਛੱਡ ਸਕਦੇ। ਸੋ ਇਹ ਗੱਲ ਜਿਹੜੀ ਨਾ ਗੈਂਗਸਟਰ ਕਲਚਰ ਜਿਹੜਾ ਪੰਜਾਬ 'ਚ, ਹਰ ਗੱਲ ਨੂੰ ਗੈਂਗਸਟਰ ਕਲਚਰ ਨਾਲ ਜੋੜਨਾ, ਫਿਰ ਉੱਤੇ ਟਾਸਕ ਫੋਰਸਾਂ ਬਣਨੀਆਂ, ਫਿਰ ਨੌਜਵਾਨਾਂ ਨੂੰ ਫੜ ਉਹਨਾਂ ਦੇ ਮੁਕਾਬਲੇ ਬਣਾਉਣੇ, ਇਹ ਪੰਜਾਬ 'ਚ ਰਿਪੀਟ ਹੋ ਚੁੱਕਾ ਹੈ। ਪਹਿਲਾਂ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਮਾਰਦੇ ਸੀ, ਹੁਣ ਗੈਂਗਸਟਰ ਕਹਿ ਕੇ ਮਰੀ ਜਾਂਦੇ ਆ। ਕ੍ਰਾਈਮ ਹਮੇਸ਼ਾ ਹਰ ਸੁਸਾਇਟੀ 'ਚ ਵਾਪਰਦਾ ਹੈ, ਪਰ ਕ੍ਰਾਈਮ ਦੀ ਉਹਦੇ ਪਿੱਛੇ ਇੱਕ ਸਟੇਟ ਨੂੰ ਕ੍ਰਿਮੀਨਲਾਈਜ਼ ਕਰ ਦੇਣਾ, ਬਾਹਰ ਦੇ ਲੋਕ ਐ ਸੋਚਦੇ ਪੰਜਾਬ 'ਚ ਜਾਣਾ ਬੜਾ ਅਨਸੇਫ ਹੈ। ਇਹੋ ਹੀ ਘਟਨਾਵਾਂ 84 'ਚ ਵਾਪਰਦੀਆਂ ਸੀ, 84 ਤੋਂ ਪਹਿਲਾਂ। 83 ਦੇ ਵਿੱਚ ਪੰਜਾਬ ਦੇ ਵਿੱਚ 84 ਦੇ ਵਿੱਚ 3 ਸਾਲਾਂ 'ਚ 400 ਦੇ ਕਰੀਬ ਕਤਲ ਹੋਏ ਨੇ, ਜਿਹੜੇ ਕਤਲ ਹੋਏ ਨੇ, ਹੈ ਨਾ, ਉਹ 'ਚ ਮੈਜੋਰਟੀ ਸਿੱਖਾਂ ਦੇ ਕਤਲ ਨੇ। ਉਦੋਂ ਨੈਰੇਟਿਵ ਮੀਡੀਆ ਨੇ ਇਹ ਚਲਾ ਦਿੱਤਾ ਵੀ ਪੰਜਾਬ 'ਚ ਜਿਹੜਾ ਬੰਦਾ ਜਾਂਦਾ ਮੁੜਦਾ ਹੀ ਨਹੀਂ ਵਾਪਸ ਉਹ ਸ਼ਾਮਾਂ ਨੂੰ। ਉਹਦਾ ਰਿਜ਼ਲਟ ਕੀ ਨਿਕਲਿਆ? ਉਹਨਾਂ ਨੂੰ ਸਿੱਖਾਂ ਦਾ ਜੈਨੋਸਾਈਡ ਕਰਨਾ ਸੌਖਾ ਹੋ ਗਿਆ, ਕਿਉਂਕਿ ਉਹਨਾਂ ਜੈਨੋਸਾਈਡ ਦੀ ਗਰਾਊਂਡ ਪ੍ਰਿਪੇਅਰ ਕਰ ਲਈ। ਅੱਜ ਪੰਜਾਬ ਦੇ ਵਿੱਚ ਉਹਨਾਂ ਨੇ ਗਰਾਊਂਡ ਪ੍ਰਿਪੇਅਰ ਕਰਨੀ, ਪੰਜਾਬ ਦੇ ਲੋਕ ਕ੍ਰਿਮੀਨਲ ਨੇ, ਇਹ ਲੋਕ ਜਿਹੜੇ ਨੇ ਜਰਾਇਮ ਪੇਸ਼ਾ ਨੇ, ਇਹਨਾਂ ਦਾ ਜੁਰਮ ਕਰਨਾ ਖਨੀ ਇਹਨਾਂ ਦੀ ਹੌਬੀ ਹੈ। ਤੁਸੀਂ ਪੰਜਾਬ ਤੋਂ ਸਟੇਟਾਂ ਤੋਂ ਬਾਹਰ ਜਾ ਕੇ ਦੇਖੋ ਕਿੰਨੀ ਕਾਸਟਿਜ਼ਮ ਤੋਂ ਲੈ ਕੇ ਹਰ ਮੁੱਦਾ ਜਿਹੜਾ ਹੈ ਉਹ ਕਿਸ ਹੱਦ ਤੱਕ ਜਾ ਪਹੁੰਚਿਆ। ਪੰਜਾਬ 'ਚ ਉਹਦੇ ਮੁਕਾਬਲੇ ਕੁਝ ਵੀ ਨਹੀਂਗਾ, ਤੇ ਜਿਹੜਾ ਹੈਗਾ ਉਹ ਸਾਡੀ ਗਲਤੀ ਨਹੀਂ, ਅਸੀਂ ਰਾਜ ਨਹੀਂ ਕਰ ਰਹੇ। ਤੁਹਾਨੂੰ ਲੱਗਦਾ ਹੈਗਾ ਵੀ ਖਾਸ ਕਰਕੇ SGPC ਦੀ ਗੱਲ ਕਰਦੇ ਹਾਂ, ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹਾਂ, ਡੇਰੇਵਾਦ ਨੂੰ ਲੈ ਕੇ ਬਹੁਤ ਸਾਰੀ ਢਿੱਲ ਰਹੀ ਹੈ, ਡੇਰੇਵਾਦ ਨੂੰ ਲੈ ਕੇ ਬਹੁਤ ਲਾਈਟਲੀ ਸੋਚਦੇ ਨੇ? ਮੈਂ ਕਹਿੰਦਾ ਡੇਰੇਵਾਦ ਜਿਹੜਾ ਨਾ ਉਹਨੂੰ ਇੱਦਾਂ ਖਤਮ ਕਰਨਾ ਜਿੱਦਾਂ ਕੀਤਾ ਗਿਆ ਪੰਜਾਬ 'ਚ, ਇਹ ਬਲੰਡਰ ਸੀ ਬਹੁਤ ਵੱਡਾ। ਤੁਸੀਂ ਇੱਕ ਸਟਰਕਚਰ ਖਤਮ ਕੀਤਾ, ਉਹਦੀ ਜਗ੍ਹਾ ਰਿਪਲੇਸਮੈਂਟ ਨਹੀਂ ਦਿੱਤੀ ਤੁਸੀਂ। ਜਿਹੜੇ ਬੰਦੇ ਡੇਰਿਆਂ 'ਚ ਜਾਂਦੇ ਸੀ, ਅੱਜ ਉਹਨਾਂ ਨੂੰ ਕ੍ਰਿਸਚਨ ਪਾਸਟਰ ਪਿੱਛੇ ਲਾਈ ਫਿਰਦੇ। ਬਿਲਕੁਲ, ਡੇਰਾ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਚੱਲਿਆ, ਉਹਨਾਂ ਕਦੀ ਆਪਣੀ ਸੁਪਰੀਮ, ਜਿਨ੍ਹਾਂ ਨੇ ਕੀਤਾ ਉਹਨਾਂ ਤਾਂ ਪੰਜਾਬ 'ਚੋਂ ਨਿਰੰਕਾਰੀ ਪੰਜਾਬ 'ਚੋਂ ਬਾਹਰ ਹੋ ਗਏ। ਸਰਸੇ ਵਾਲਾ ਉਹਦਾ ਸਾਨੂੰ ਕਲੀਅਰ ਪਤਾ ਲੱਗ ਗਿਆ। ਅੱਜ ਦੇ ਸਮੇਂ ਦੇ ਵਿੱਚ ਇਹ ਹੋਇਆ ਵੀ ਡੇਰੇ ਤੇ ਬਹੁਤ ਜਿਹੜੇ ਖਤਮ ਹੋ ਗਏ, ਘਟ ਗਏ, ਪਰ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚਨ ਪਾਸਟਰਸ ਆ ਗਏ, ਉਹਨਾਂ ਨੇ ਫੇਥ ਨੂੰ ਮਿਸਯੂਜ਼ ਕੀਤਾ, ਪਖੰਡ ਕਰਕੇ ਸਰਕਾਰਾਂ ਦੀ ਸ਼ਾਇਦ ਦੇ ਉੱਤੇ ਇਹ ਸਭ ਕੁਝ ਕੀਤਾ। ਸੋ ਇਸ ਕਰਕੇ ਕੋਈ ਵੀ ਕੰਮ ਕਰਨਾ ਵੀ ਤੁਹਾਨੂੰ ਆਪਣੀ ਕਮੀ ਵੀ ਨਜ਼ਰ ਆਉਂਦੀ ਹੈ ਕੋਈ ਕਿਸੇ ਕੌਮ, ਆਪਣੀ ਕੌਮ ਦੇ ਵਿੱਚ, ਉਹਦੇ ਤੇ ਐਕਸ਼ਨ ਲੈਣ ਤੋਂ ਪਹਿਲਾਂ ਸੋਚੋ ਵੀ ਇਹਦਾ ਕੌਨਸੀਕੁਐਂਸਸ ਕੀ ਨਿਕਲਣਗੇ। ਜਿਹੜਾ SGPC ਨੇ ਜਾਂ ਦੂਜੀਆਂ ਧਿਰਾਂ ਨੇ ਨਹੀਂ ਸੋਚਿਆ, ਇਹਦਾ ਨਤੀਜਾ ਨਿਕਲਿਆ ਵੀ ਅੱਜ ਅਸੀਂ ਦੇਖੋ ਸਫਰ ਕਰ ਰਹੇ ਹਾਂ, ਇੱਥੇ ਬਹੁਤ ਮਾਸ ਕਨਵਰਜਨ ਹੋ ਰਹੇ ਨੇ। ਜਾਂਦੇ ਮੇਰਾ ਲਾਸਟ ਸਵਾਲ ਆ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਤੁਹਾਨੂੰ ਕੀ ਲੱਗਦਾ ਜਿਹੜਾ ਉਹਦਾ ਮਰਡਰ ਹੋਇਆਗਾ ਉਹ ਇੱਕ ਗੈਂਗ ਵਾਰ ਜਾਂ ਗੈਂਗਸਟਰ, ਜਿਵੇਂ ਪੰਜਾਬ ਦੇ DGP ਨੇ ਆ ਕੇ ਕਿਹਾ, ਬਾਅਦ ਦੇ ਵਿੱਚ ਉਹਨਾਂ ਨੇ ਆਪਦੀ ਸਟੇਟਮੈਂਟ ਬਦਲੀ, ਉਸ ਚੀਜ਼ ਆ ਕਿ ਤੁਹਾਨੂੰ ਲੱਗਦਾ ਵੀ ਇਹਦੇ ਪਿੱਛੇ ਵੀ ਇੱਕ ਸਕ੍ਰਿਪਟ ਤਿਆਰ ਸੀ ਤੇ ਹੋ ਗਿਆ? ਨਹੀਂ, ਤੁਸੀਂ ਇਹ ਸੋਚੋ ਵੀ ਜਿੱਥੇ ਚਿੜੀ ਪਰ ਨਹੀਂ ਮਾਰ ਸਕਦੀ, ਉੱਥੇ ਵੱਡੇ ਇਹੋ ਜਿਹੇ ਆਟੋਮੈਟਿਕ ਵੈਪਨ ਲੈ ਕੇ ਕਿਸੇ ਐਸੇ ਫੇਮਸ ਬੰਦੇ ਦਾ ਕਤਲ ਕਰਨਾ, ਉਹਦੀ ਸਿਕਿਉਰਿਟੀ ਵਾਪਸ ਲੈਣਾ, ਉਹਨੂੰ ਪਬਲਿਕਲੀ ਅਨਾਉਂਸ ਕਰਨਾ, ਇਹ ਕਿਹੜੇ ਪ੍ਰੋਟੋਕਾਲ 'ਚ ਆਉਂਦਾ ਵੀ ਤੁਸੀਂ ਸਿਕਿਉਰਿਟੀ ਲੈ ਕੇ ਤੇ ਪਬਲਿਕਲੀ ਅਨਾਉਂਸ ਕਰੋ ਕਿਸੇ ਬੰਦੇ ਦੀ? ਜਿਨ੍ਹਾਂ ਨੇ ਕੀਤੀ ਹੈ ਉਹ ਬੰਦਿਆਂ ਦੇ ਉੱਤੇ ਕੋਈ ਕਾਰਵਾਈ ਹੋਈ ਨਹੀਂ ਹੋਈ ਜੀ। ਹੁਣ ਇਹਨਾਂ ਨੇ ਕੁਝ ਬੰਦੇ ਮਾਰ ਦਿੱਤੇ, ਕੁਝ ਬੰਦੇ ਫੜ ਲਏ, ਪੰਜਾਬ ਵਾਲੇ ਜਿਹੜੇ ਨੌਜਵਾਨ ਸੀ ਉਹ ਮਾਰ ਦਿੱਤੇ, ਬਾਹਰ ਦੇ ਜਿੰਨੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਰਿਐਲਿਟੀ ਇਹ ਹੈ ਵੀ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਇੱਕ ਇੰਟਰਵਿਊ ਵੀ ਆਉਂਦੀ ਹੈ ਜਿਹਦੇ ਵਿੱਚ ਉਹ ਖਾਲਿਸਤਾਨ ਦੇ ਉੱਤੇ ਵੀ ਵਿਚਾਰ ਦਿੰਦਾ ਆਪਣੇ। ਹੁਣ ਇਹਨਾਂ ਨੂੰ ਡਰ ਇਸ ਗੱਲ ਦਾ ਨਹੀਂ ਹੁੰਦਾ ਵੀ ਬੰਦਾ ਅੱਜ ਕੀ ਕਰ ਰਿਹਾ, ਇਹਨਾਂ ਨੂੰ ਇਹ ਗੱਲ ਦਾ ਡਰ ਹੈ ਬੰਦੇ ਕੋਲ ਪੋਟੈਂਸ਼ੀਅਲ ਕਿੰਨਾ ਤੇ ਉਹ ਕਰ ਕੀ ਸਕਦਾ। ਸਟੇਟ ਆਪਣੇ ਨਾਲੋਂ ਐਡਵਾਂਸਡ ਹੈ, ਉਹ ਫਿਊਚਰ ਦਾ ਸੋਚਦੀ ਹੈ ਕਿ ਅੱਜ ਤੋਂ 5 ਸਾਲ ਬਾਅਦ ਕੀ ਹੁੰਦਾ। ਜੇ ਸਿੱਧੂ ਮੂਸੇਵਾਲਾ ਇਸ ਪਾਸੇ ਨੂੰ ਤੁਰਦਾ, ਪੰਥਕ ਪਾਸੇ ਨੂੰ, ਤੇ ਉਹਦਾ ਜਿਹੜਾ ਕਲਚਰਲ ਇਨਫਲੂਐਂਸ ਸੀ ਪੰਜਾਬ ਦੇ ਉੱਤੇ ਉਹ ਕਿੱਡੇ ਵੱਡੇ ਪੱਧਰ 'ਤੇ, ਕਿੰਨੇ ਨੌਜਵਾਨ ਉਹਦੇ ਨਾਲ ਇਸ ਪਾਸੇ ਆਉਂਦੇ। ਇੱਕ ਗੀਤ ਨਾਲ ਕੀ ਕੁਛ ਹੋਇਆ ਸਾਨੂੰ ਪਤਾ ਹੈ। ਸੋ ਇਹ ਸਟੇਟ ਆਪਾਂ ਇਹ ਕਹਿੰਦੇ ਹਾਂ ਵੀ ਕੀਤਾ ਗੈਂਗਸਟਰਾਂ ਨੇ ਹੋ ਸਕਦਾ ਹੈ, ਪਰ ਗੈਂਗਸਟਰਾਂ ਨੂੰ ਖੁੱਲ੍ਹਾ ਕੌਣ ਛੱਡਦਾ ਹੈ? ਬਹੁਤ ਵਾਰ ਪੋਲੀਟੀਕਲ ਜਿਹੜੇ ਮਰਡਰਸ ਹੁੰਦੇ ਆ ਨਾ, ਉਹ ਕਰਦੀਆਂ ਦੂਜੀਆਂ ਧਿਰਾਂ ਨੇ, ਪਰ ਉਹਨਾਂ ਨੂੰ ਸ਼ੈ ਕਿਹਦੀ ਹੁੰਦੀ ਹੈ ਇਹ ਵੀ ਸਾਨੂੰ ਪਤਾ। ਆਪਣੇ ਕਿਸੇ ਵਿਰੋਧੀ ਨੂੰ ਸਟੇਟ ਐਲੀਮੀਨੇਟ ਕਰਾਉਂਦੀ ਹੈ ਕਿਸੇ ਦੂਜੀ ਖੜੀ ਹੋਈ ਧਿਰ ਤੋਂ ਬਾਅਦ। ਇਹ ਨਹੀਂ ਵੀ ਉਹਨਾਂ ਦੀ ਸਕੀ ਹੁੰਦੀ, ਉਹਨਾਂ ਨੂੰ ਵੀ ਬਾਅਦ ਖਤਮ ਕਰਨਗੇ ਉਹ, ਪਰ ਜਿੰਨਾ ਚਿਰ ਵਰਤਦੇ ਨਹੀਂ ਵਰਤ ਸਕਦੇ ਜੀ। ਤੁਸੀਂ ਲੱਗਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਸੱਥਾਂ ਦੀ ਗੱਲ ਕੀਤੀ ਆ, ਹੋਰ ਗੱਲਬਾਤ ਕੀਤੀ ਆ, ਇੱਕ ਪਾਸੇ ਬਾਈਬਲ ਕਲਾਂ ਦੀ ਮੈਂ ਗੱਲ ਰਹਿ ਗਈ ਸੀ, ਉਹ ਗੱਲ ਚੱਲ ਰਹੀ ਹੈ, ਤੁਹਾਨੂੰ ਲੱਗਦਾ ਵੀ ਜਿਹੜੀ ਇਨਸਾਫ ਵਾਲੀ ਗੱਲ ਆ, ਜਿਵੇਂ ਮੈਂ ਸ਼ਬਦ ਪਹਿਲਾਂ ਬੋਲਿਆ ਸੀ, ਇਸ ਤੋਂ ਥੋੜ੍ਹਾ ਜਿਹਾ ਬਾਹਰ ਕੱਢ ਕੇ ਲੋਕਾਂ ਨੂੰ ਆਪਾਂ ਜ਼ਿਆਦਾ ਕਾਉਂਸਲ ਕਰੋਗੇ ਕਿ ਇਨਸਾਫ ਵੱਲ ਲੋਕ ਦੇਖਦੇ ਰਹਿਣਗੇ ਜਿਵੇਂ ਦੇਖ ਰਹੇ ਨੇ? ਨਹੀਂ, ਦੇਖੋ ਮੈਂ ਤਾਂ ਇਹ ਗੱਲ ਪਹਿਲਾਂ ਵੀ ਕਹੀ ਹੈ, ਉੱਥੇ ਕੱਲ੍ਹ ਬਾਈਬਲ ਵੀ ਕਹੀ ਸੀ, ਇਨਸਾਫ ਜਿਹੜਾ ਹੈ ਨਾ ਉਹ ਅਕਾਲ ਪੁਰਖ ਤੋਂ ਤਾਂ ਮੰਗਿਆ ਜਾ ਸਕਦਾ ਹੈ। ਹਾਂ, ਉਹਨਾਂ ਲੋਕਾਂ ਕੋਲ ਨਹੀਂ ਮੰਗਿਆ ਜਾ ਸਕਦਾ ਜਿਨ੍ਹਾਂ ਨੇ ਪ੍ਰੋਬਲਮ ਖੜੀ ਕੀਤੀ ਹੈ ਸਾਰੀ। ਸੋ ਸਾਨੂੰ ਇਹ ਆ ਵੀ ਸੰਘਰਸ਼ ਕਰਨਾ ਚਾਹੀਦਾ ਹੈ ਜੀ, ਸੰਘਰਸ਼ ਪਾਵਰ ਲਈ ਕਰਨਾ ਚਾਹੀਦਾ।
ਜਿੱਦਣ ਪਾਵਰ ਤੁਹਾਡੇ ਕੋਲ ਹੋਈ ਫਿਰ ਇਨਸਾਫ ਮੰਗਣ ਦੀ ਕੀ ਲੋੜ ਹੈ। ਕੌਮਾਂ ਨੇ ਦੇਖੋ ਇਹ ਜਿਹੜੀਆਂ ਪ੍ਰੋਬਲਮਸ ਵਾਪਰ ਰਹੀਆਂ ਨੇ, ਬੇਅਦਬੀਆਂ, ਸਾਰਾ ਕੁਝ, ਇਹ ਸਾਰਾ ਕੁਝ ਜੋ ਵਾਪਰ ਰਿਹਾ ਇਹ ਸਾਨੂੰ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸਾਡੇ ਹੱਥ 'ਚ ਪਾਵਰ ਨਹੀਂ, ਅਸੀਂ ਕੋਈ ਸਟਰੋਂਗ ਐਕਸ਼ਨ ਲੈ ਨਹੀਂ ਸਕਦੇ। ਸੋ ਇਨਸਾਫ ਮੰਗਣ ਦਾ ਤੇ ਅਰਥ ਉੱਥੇ ਬਣਦਾ ਹੈ ਜਿੱਥੇ ਅਸੀਂ ਇਨਸਾਫ ਜਿਨ੍ਹਾਂ ਕੋਲ ਮੰਗ ਰਹੇ ਹਾਂ। ਜੇ ਕਦੀ ਤੁਸੀਂ ਸੁਣਿਆ ਸਿੱਖਾਂ ਨੇ ਮੁਗਲਾਂ ਕੋਲ ਜਾ ਕੇ ਇਨਸਾਫ ਮੰਗਿਆ ਹੋਵੇ, ਜਾਂ ਸਿੱਖਾਂ ਨੇ ਅੰਗਰੇਜ਼ਾਂ ਨੂੰ ਜਾ ਕੇ ਕਿਹਾ ਵੀ ਸਾਨੂੰ ਇਨਸਾਫ ਦੇ ਦਿਓ ਕਿਸੇ ਕਿਸਮ ਦਾ। ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿੱਖਾਂ ਦੀ ਕਨਫਿਊਜ਼ਨ ਹੈ ਵੀ ਅਸੀਂ ਕਿਹਦੇ ਕੋਲ ਕੀ ਮੰਗਣਾ ਹੈ, ਉਹ ਸਾਨੂੰ ਬਹੁਤ ਡੈਮੇਜ ਕਰ ਰਹੀ ਹੈ। ਸੋ ਸਾਡੀ ਕੋਸ਼ਿਸ਼ ਇਹੋ ਹੀ ਹੈ ਵੀ ਜਿਹੜੀ ਸਲੇਵ ਮੈਂਟੈਲਿਟੀ ਹੈ ਇਹਦੇ 'ਚੋਂ ਬਾਹਰ ਆਇਆ ਜਾਵੇ। ਮੰਗਣ ਮੰਗਾਉਣ ਦਾ ਵੇਲਾ ਨਹੀਂ ਹੈਗਾ, ਇਹ ਵੇਲਾ ਅੰਡਰਸਟੈਂਡ ਕਰਨ ਦਾ ਵੀ ਸਾਡੀ ਪੋਜੀਸ਼ਨ ਕੀ ਹੈ। ਜੇ ਘਰ ਦੇ ਨੌਕਰ ਨੂੰ ਇਹ ਸਮਝ ਆ ਜੇ, ਗੁਲਾਮ ਨੂੰ ਇਹ ਸਮਝ ਆ ਜੇ ਵੀ ਮੇਰੀ ਪੋਜੀਸ਼ਨ ਗੁਲਾਮ ਵਾਲੀ ਹੈ, ਫਿਰ ਤੇ ਉਹ ਗੁਲਾਮੀ ਦੇ ਖਿਲਾਫ ਲੜੂਗਾ। ਜੇ ਉਹਨੂੰ ਪਤਾ ਨਾ ਹੋਵੇ ਫਿਰ ਉਹ ਕਦੀ ਕਦੀ ਕਿਸੇ ਦੀ ਅੰਗਰੇਜ਼ੀ ਦੀ ਕਹਾਵਤ ਹੈ ਬੈਗਰਸ ਕਾਂਟ ਬੀ ਚੂਜ਼ਰਸ। ਜਦੋਂ ਤੁਸੀਂ ਭਿਖਾਰੀ ਹੋ ਤਾਂ ਤੁਹਾਨੂੰ ਮਰਜ਼ੀ ਦੀ ਭੀਖ ਨਹੀਂ ਮਿਲਦੀ, ਤੁਹਾਨੂੰ ਉਹ ਜੋ ਮਿਲਦਾ ਉਹਦੇ 'ਚ ਸੈਟਿਸਫਾਈ ਰਹਿਣਾ ਪੈਂਦਾ। ਸੋ ਸਟੇਟ ਨੇ ਇਹ ਸਾਨੂੰ ਇਹ ਭਿਖਾਰੀ ਬਣਾਤਾ ਹੈ, ਸਾਨੂੰ ਇਹ ਭਿਖਾਰੀ ਬਿਰਤੀ 'ਚੋਂ ਬਾਹਰ ਆਉਣਾ ਚਾਹੀਦਾ। ਤੇ ਸਾਨੂੰ ਜਿਹੜਾ ਵਾ ਇਹ ਜਿਹੜੀ ਮਾਨਸਿਕਤਾ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਵੀ ਇੱਕ ਇੰਨੀ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਅਕਾਲ ਪੁਰਖ ਤੋਂ ਬਿਨਾਂ ਅਸੀਂ ਕਿਸੇ ਦੇ ਮੁਰੀਦ ਨਹੀਂ। ਉਹ ਤੋਂ ਬਾਅਦ ਫਿਰ ਤੁਸੀਂ ਮੰਗਦੇ ਮੰਗਾਉਂਦੇ ਕੁਛ ਨਹੀਂ, ਫਿਰ ਤੁਸੀਂ ਪਾਵਰ ਲਈ ਲੜੋਗੇ ਜਿਵੇਂ ਸਿੱਖ ਲੜੇ ਨੇ ਪਹਿਲਾਂ 18ਵੀਂ ਸਦੀ 'ਚ ਲੜੇ ਨੇ। ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਆਏ ਨੇ, ਪਾਵਰ ਵਾਸਤੇ ਲੜੇ ਨੇ। ਮਹਾਰਾਜ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ। ਇਹ ਚੀਜ਼ਾਂ ਜ਼ਰੂਰੀ ਨੇ ਜੀ। ਅਮਰੀਤ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸੀ ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ ਦੀ ਜਥੇਬੰਦੀ ਤੋਂ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਮੁਲਾਕਾਤਾਂ ਕਰਾਂਗੇ। ਜਿਵੇਂ ਜਿਵੇਂ ਸਮਾਂ ਬੀਤੂਗਾ ਪਤਾ ਲੱਗੂਗਾ ਵੀ ਇਹ ਗਰਾਊਂਡ ਤੇ ਕੀ ਕਰ ਰਹੇ ਨੇ ਜਾਂ ਕੀ ਕੁਛ ਹੋ ਰਿਹਾ ਹੈਗਾ। ਉਮੀਦ ਬਹੁਤ ਲੋਕਾਂ ਨੂੰ ਆ ਤੇ ਉਮੀਦ ਰੱਖਣੀ ਵੀ ਚਾਹੀਦੀ ਹੈ, ਕਿਉਂਕਿ ਉਮੀਦ ਤੇ ਦੁਨੀਆ ਕਾਇਮ ਆ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।